ਗੁਰੂ ਗੁਰੂ ਨਾਨਕ ਪਦ ਪੰਕਜ ਬੰਦਨਾ ਪੰਕਜ ਬੰਦਨਾ ਸਿਮਰੋ ਅੰਗਦ ਦੁਖ ਨਿਕੰਦਨਾ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਉ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੀ ਨਾਸਕ ਸ਼੍ਰੀ ਹਰਿ ਗੋਬਿੰਦ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਕਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਮੰਨੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਦੋਹਰਾ ਗੁਰ ਬੋਲੇ ਇਕ ਸੁਤ ਤੋਹੇ ਦੇਹੋ ਕਾਗਦ ਪਿਖਤ ਸਿੱਖ ਲਿਖ ਲਿਓ ਮਹਾਰਾਜੀ ਸਾਤਾ ਪਿਹੋ ਮੁਕਤੀ ਕਹੋ ਏਕ ਸੁਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਪ ਜੀ। ਪਿਛਲੇ ਪਹਿਰਾਂ ਦੇ ਦੀਵਾਨਾਂ ਵਿਖੇ ਆਓ ਪਵਿੱਤਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਇੱਕ ਬੀਬੀ ਆਉਂਦੀ ਹੈ ਜਿਸ ਨੇ ਬੇਨਤੀ ਕੀਤੀ, ਪਾਤਸ਼ਾਹ ਸਾਡੇ ਬੱਚਾ ਨਹੀਂ ਹੈ, ਇੱਕ ਪੁੱਤਰ ਦੀ ਦਾਤ ਮਿਲ ਜਾਵੇ। ਸਤਿਗੁਰਾਂ ਨੇ ਇੱਕ ਕਾਗਜ਼ ਉੱਪਰ ਲਿਖ ਕੇ ਕਾਗਜ਼ ਸੇਵਕ ਨੂੰ ਫੜਾ ਦਿੱਤਾ, ਕਹਿੰਦੇ ਇਸ ਨੂੰ ਦੇ ਦਿਓ, ਇੱਕ ਪੁੱਤਰ ਹੋ ਜਾਵੇਗਾ। ਲੇਕਿਨ ਜਦੋਂ ਸਿੱਖ ਨੇ ਉਹ ਕਾਗਜ਼ ਵੇਖਿਆ ਉਹਦੇ ਉੱਤੇ ਏਕੇ ਦੀ ਬਜਾਏ ਸਾਤਾ ਬਣਿਆ ਹੋਇਆ ਸੀ, ਕਿਉਂਕਿ ਜਿਹੜਾ ਗੁਰਮੁਖੀ ਦਾ ਏਕਾ ਅਤੇ ਸਾਤਾ ਲਗਭਗ ਇੱਕੋ ਜਿਹੀ ਆ। ਜੇ ਥੱਲਿਓਂ ਜਿਹੜੀ ਘੁੰਡੀ ਆ ਪਿਛਾਂਹ ਨੂੰ ਮੋੜ ਦਈਏ ਤਾਂ ਏਕਾ ਬਣ ਜਾਂਦਾ, ਜੇ ਮੂਹਰ ਨੂੰ ਮੋੜ ਦਈਏ ਤਾਂ ਸਾਤਾ ਬਣ ਜਾਂਦਾ ਹੈ। ਸੇਵਕ ਕਹਿੰਦਾ ਜੀ ਲਿਖਿਆ ਤਾਂ ਸਾਤਾ ਹੈ, ਤੁਸੀਂ ਕਹਿੰਦੇ ਇੱਕ ਪੁੱਤਰ ਦਿੱਤਾ। ਅੱਛਾ ਚੱਲ ਫਿਰ ਸਾਤੀ ਹੋ ਜਾਣਗੇ, ਕਹੋ ਸਤਨਾਮ ਦੇ ਦੇ ਇਹਨੂੰ, ਹੁਣ ਸਾਤੀ ਹੋਣਗੇ। ਅਤੇ ਉਸ ਤੋਂ ਬਾਅਦ ਸਮਾਂ ਆਇਆ, ਉਸ ਬੀਬੀ ਦੇ 7 ਪੁੱਤਰ ਹੀ ਹੋਏ। ਖੈਰ ਅੱਗੇ ਚੱਲੀਏ, ਹੋਰ ਕੈਸੇ ਕੌਤਕ ਸਤਿਗੁਰੂ ਕਰਦੇ ਹਨ ਇਹ ਵਿਚਾਰਾਂ ਆਰੰਭ ਕਰਕੇ ਸਰਵਣ ਕਰੀਏ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ, ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗੁਰ ਬੋਲੇ ਇੱਕ ਸੁਤ ਤੋਹੇ ਦੇਹੋ ਕਾਗਦ ਪਿਖਤ ਸਿੱਖ ਲਿਖ ਲਿਓ। ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਸਿੱਖ ਦੇ ਕੋਲੋਂ ਕਾਗਜ਼ ਕਲਮ ਸਿਆਹੀ ਮੰਗਾ ਕੇ ਉਸ ਦੇ ਉੱਪਰ ਏਕਾ ਪਾ ਦਿੱਤਾ ਹੈ। ਪਰ ਜਦੋਂ ਸਤਿਗੁਰਾਂ ਨੇ ਕਾਗਜ਼ ਫੜਾਉਂਦੇ ਹੋਏ ਕਿਹਾ ਜਾ ਬੀਬੀ ਤੇਰੇ ਇੱਕ ਪੁੱਤਰ ਹੋ ਜਾਵੇਗਾ, ਸਿੱਖ ਨੇ ਉਹ ਕਾਗਜ਼ ਵੇਖਿਆ ਅਤੇ ਵੇਖ ਕੇ ਸਿੱਖ ਕਹਿਣ ਲੱਗਿਆ ਜੀ ਲਿਖਿਆ ਤਾਂ ਸਾਤਾ, ਤੁਸੀਂ ਕਹਿੰਦੇ ਹੋ ਇੱਕ ਪੁੱਤਰ ਹੋਵੇਗਾ। ਅੱਛਾ ਸਾਤਾ ਲਿਖਤਾ, ਚੱਲ ਸਾਤੀ ਹੋ ਜਾਣਗੇ, ਕਹੋ ਸਤਨਾਮ। ਸਤਿਗੁਰੂ ਪਾਤਸ਼ਾਹ ਕਹਿੰਦੇ ਮਹਾਰਾਜੀ ਸਾਤਾ ਪਿਹੋ ਮੁਕਤੀ ਕਹੋ ਏਕ ਸੁਤ ਦਿਓ। ਜਦੋਂ ਸਿੱਖ ਨੇ ਪੁੱਛਿਆ ਮਹਾਰਾਜ ਤੁਸੀਂ ਕਹਿੰਦੇ ਹੋ ਇੱਕ ਪੁੱਤਰ ਦੀ ਦਾਤ ਬਖਸ਼ੀ ਹੈ ਤਾਂ ਸਾਤਾ ਲਿਖਿਆ ਹੈ। ਸੁਨ
ਪ੍ਰਭ ਕਹਿਓ ਸਪਤ ਹੀ ਹੋਏ, ਆਈ ਦੂਰ ਤੇ ਜਾਚਿਓ ਮੋਹੇ। ਪਾਤਸ਼ਾਹ ਕਹਿੰਦੇ ਚੱਲ ਦੂਰੋਂ ਚੱਲ ਕੇ ਆਈ ਐ, ਸਾਥੀ ਹੋ ਜਾਣਗੇ ਹੁਣ। ਲੈ ਕਾਗਦ ਇਸਤਰੀ ਹਰਖਾਈ, ਕਰ ਬੰਧਨ ਕੋ ਸਦਨ ਸਿਧਾਈ। ਉਹ ਬੀਬੀ ਬੜੀ ਖੁਸ਼ ਹੋਈ, ਕਹਿੰਦੇ ਉਹ ਚਿੱਠੀ ਉਹ ਕਾਗਜ਼ ਬਲੇਟ ਕੇ ਜੇਬ ਵਿੱਚ ਪਾ ਕੇ ਬੜੀ ਖੁਸ਼ੀ ਚਾਅ ਦੇ ਨਾਲ ਆਪਣੇ ਇਲਾਕੇ ਨੂੰ, ਆਪਣੇ ਘਰ ਨੂੰ ਚਲੀ ਗਈ ਜੀ। ਸਮਾ ਪਾਏ ਸੁਤ ਸਾਤੂ ਪਾਹੀ, ਗੁਰ ਮਹਿਮਾ ਕੋ ਬਹੁ ਬਿਦਤਾਈ। ਔਰ ਫਿਰ ਉਸ ਦੇ ਘਰ ਬੱਚੇ ਹੋਣੇ ਸ਼ੁਰੂ ਹੋਏ ਤੇ ਲਗਾਤਾਰ 7 ਪੁੱਤਰ ਉਹਦੇ ਘਰ ਹੋਏ। ਹੁਣ ਜਣੇ ਖਣੇ ਕੋਲੇ ਉਹ ਗੁਰੂ ਦੀ ਬੜੀ ਮਹਿਮਾ ਕਰਦੀ ਹੈ। ਕਹਿੰਦੇ ਪਾਤਸ਼ਾਹ ਨੇ ਤਾਂ ਏਕਾ ਪਾਇਆ ਸੀ, ਸਾਤਾ ਪੈ ਗਿਆ, ਸਤਿਗੁਰ ਨੇ 7 ਬਖਸ਼ ਦਿੱਤੇ, ਮੈਂ ਤਾਂ 1 ਪੁੱਤਰ ਲੈਣ ਗਈ ਸੀ। ਥਾਂ ਥਾਂ ਤੇ ਗੁਰੂ ਦੀ ਸਿਫਤ ਕਰਨ ਲੱਗੇ ਜੀ। ਪੁਨ ਉਦਿਆਨ ਸ਼ਿਕਾਰ ਸਿਦਾਰੇ, ਇਤੁਤ ਵਿਚਰਤ ਮ੍ਰਿਗਨ ਨਿਹਾਰੇ। ਔਰ ਫਿਰ ਸਤਿਗੁਰੂ ਪਾਤਸ਼ਾਹ ਕਹਿੰਦੇ ਸ਼ਿਕਾਰ ਖੇਡਣ ਚਲੇ ਗਏ ਜੀ। ਨਹੀਂ ਅਖੀਰ ਕਹੂੰ ਤੇ ਪਾਵਾ, ਤਬ ਸਿੰਘਨ ਸਨ ਪ੍ਰਭੂ ਅਲਾਵਾ। ਜਦੋਂ ਸ਼ਿਕਾਰ ਖੇਡਦਿਆਂ ਹੋਇਆਂ ਜੰਗਲ ਵਿੱਚੋਂ ਕੋਈ ਸ਼ਿੰਗਾਰ ਨਾ ਮਿਲਿਆ ਤੇ ਸਤਿਗੁਰੂ ਦੁਪਹਿਰਾ ਕੱਟਣ ਲਈ ਕਿਤੇ ਰੁਕੇ ਤੇ ਆਪਣੇ ਨਾਲ ਦੇ ਸਾਥੀ ਸਿੰਘਾਂ ਨੂੰ ਕਹਿੰਦੇ, ਸਿੱਖ ਨੇ ਕੰਗਾ ਨੈ ਕਰਿਓ, ਜਿਸ ਤੇ ਨੈ ਸ਼ਿਕਾਰ ਕਰ ਪਰਿਓ। ਕਹਿੰਦੇ ਸਿੱਖੋ ਅੱਜ ਆਪਾਂ ਨੂੰ ਸ਼ਿਕਾਰ ਕਿਉਂ ਨਹੀਂ ਮਿਲਿਆ ਪਤਾ ਹੈ? ਮਾਰੇ ਪਤਾ ਨਹੀਂ। ਕਹਿੰਦੇ ਤੁਹਾਡੇ ਚੋਂ ਕਿਹੜੇ ਸਿੰਘ ਨੇ ਅੱਜ ਕੰਗਾ ਨਹੀਂ ਕੀਤਾ ਕਿ ਸਾਨੂੰ? ਸੁਨਿਓ ਸਭਨ ਇੱਕ ਨੇ ਕਹਿ ਦੀਨਾ, ਮੈਂ ਕੰਗਾ ਕੀਸਨ ਨਹਿ ਕੀਨਾ। ਉਹਨਾਂ ਚੋਂ ਇੱਕ ਸਿੰਘ ਉੱਠਿਆ, ਕਹਿਣ ਲੱਗਿਆ ਮਹਾਰਾਜ ਮੈਂ ਕਾਹਲੀ ਕਾਹਲੀ ਨਾਲ ਆਇਆ ਸੀ, ਤੁਸੀਂ ਕਹਿਤਾ ਚਲੋ ਸ਼ਿਕਾਰ ਨੂੰ ਚੱਲੀਏ ਤੇ ਮੈਂ ਅੱਜ ਕੰਗਾ ਜਿਹੜਾ ਨਾ ਕਰਿਆ ਔਰ ਦਸਤਾਰ ਫਟਾਫਟ ਲਪੇਟ ਕੇ ਆ ਗਿਆ, ਮੈਂ ਕੰਗਾ ਨਹੀਂ ਕੀਤਾ ਜੀ। ਹੁਕਮ ਕਰਿਓ ਅਬ ਵੀ ਕਰ ਲੀਜੈ, ਤੂਰਨ ਬਨੋ ਸੁਚੇਤ ਮਲੀਜੈ। ਪਾਤਸ਼ਾਹ ਕਹਿੰਦੇ ਸਿੱਖ ਨੂੰ ਅਲਰਟ ਰਹਿਣਾ ਚਾਹੀਦਾ, ਸੁਚੇਤ ਰਹਿਣਾ ਚਾਹੀਦਾ। ਚੱਲ ਹੁਣੇ ਦਸਤਾਰ ਲਾ ਕੇ ਕੰਗਾ ਕਰ ਪਹਿਲਾਂ ਤੇ ਫਿਰ ਪੱਗ ਬੰਨ। ਤਤ ਚਿਨ ਤਿਨ ਸੁਨ ਕੇ ਕਰ ਲੀਨਾ, ਸੰਗ ਮਿਲਾਏ ਪਿਆਨੋ ਕੀਨਾ। ਤੇ ਫਿਰ ਤੁਰੰਤ ਹੀ ਉਹ ਸਿੱਖ ਨੇ ਕਹਿੰਦੇ ਆਪਣੀ ਦਸਤਾਰ ਉਤਾਰ ਕੇ ਕੰਗਾ ਕੀਤਾ ਹੈ ਕਿ ਸਾਨੂੰ ਸਵਾਰਿਆ, ਫਿਰ ਦਸਤਾਰ ਬੰਨੀ। ਪਾਤਸ਼ਾਹ ਕਹਿੰਦੇ ਚਲੋ ਹੁਣ ਸ਼ਿਕਾਰ ਮਿਲੂਗਾ। ਪੁਨ ਉਦਿਆਨ ਵਿਖੇ ਜਬ ਫਿਰੇ, ਭਿਖ ਸ਼ਿਕਾਰ ਕੋ ਮਾਰਨ ਕਰੇ। ਜਦੋਂ ਜੰਗਲ 'ਚ ਗਏ ਤੇ ਫਿਰ ਉਹਨਾਂ ਨੂੰ ਸ਼ਿਕਾਰ ਮਿਲ ਗਿਆ ਹੈ, ਸ਼ਿਕਾਰ ਕੀਤਾ ਹੈ। ਸਾਡੇ ਪ੍ਰਭੂ ਸਭ ਕੋ ਸਮਝਾਇਓ, ਸਿੰਘਨ ਕੋ ਐਸੇ ਬਨਿਆਇਓ। ਔਰ ਫਿਰ ਮੁੜਦੇ ਹੋਏ ਸਿੰਘਾਂ ਨੂੰ ਸਮਝਾਉਂਦੇ ਆ, ਸਿੱਖੋ ਸਿੱਖ ਨੂੰ ਕਿਸੇ ਪਾਸੇ ਵੀ ਜਾਣ ਤੋਂ ਪਹਿਲਾਂ ਕੰਗਾ ਕੇਸਾਂ ਨੂੰ ਕਰਨਾ ਚਾਹੀਦਾ ਔਰ ਤਿਆਰ ਪ੍ਰਤਿਆਰ ਹੋ ਕੇ ਅਰਦਾਸ ਬੇਨਤੀ ਕਰਕੇ ਤੁਰਨਾ ਚਾਹੀਏ। ਹੋਏ ਸੁਚੇਤ ਸਕਲ ਪ੍ਰਕਾਰੇ, ਚੜਨ ਸਮੇਂ ਅਰਦਾਸ ਉਚਾਰੇ। ਚੜਨ ਸਮੇਂ ਦਾ ਮਤਲਬ ਨਹੀਂ ਕਿ ਘੋੜੇ ਤੇ ਚੜਨ ਵੇਲੇ, ਚੜਨ ਦਾ ਮਤਲਬ ਹੈ ਚਾਲੇ ਪਾਉਣ ਵੇਲੇ। ਘਰੋਂ ਬਾਹਰ ਕਿਸੇ ਪਾਸੇ ਚੜ੍ਹਾਈ ਕੀਤੀ ਆ, ਖਾਲਸਾ ਕਿਸੇ ਪਾਸੇ ਜਾਂਦਾ ਹੈ ਹੋਰ ਬਈ ਕਿੱਧਰ ਚੜ੍ਹਾਈ ਕੀਤੀ ਆ, ਜ਼ਰੂਰਤਾਂ ਨਹੀਂ ਵੀ ਘੋੜੇ ਚੜਨ ਵਾਲ ਨੂੰ ਕਿਹਾ ਜਾਊਗਾ ਚੜ੍ਹਾਈ ਕੀਤੀ ਆ। ਭਾਵ ਕਿਸੇ ਕੰਮ ਨੂੰ ਜਾਣਾ ਉਹਨੂੰ ਚੜ੍ਹਾਈ ਕਰਨਾ ਕਹਿੰਦੇ ਆ। ਤੇ ਸਿੰਘ ਕਿਸੇ ਪਾਸੇ ਵੀ ਜਾਣ ਤੋਂ ਪਹਿਲਾਂ ਕੇਸ ਵਾਹੇ, ਦਸਤਾਰ ਬੰਨੇ, ਫਿਰ ਅਰਦਾਸ ਬੇਨਤੀ ਕਰਕੇ ਤੁਰੇ ਜੀ। ਕਾਰਜ ਸਰਬ ਸਿੱਧ ਹੋਏ ਜਾਤੇ, ਨੈ ਦੋਨੋਂ ਬਿਨ ਕਹੂੰ ਪ੍ਰਿਆਤੇ। ਇਸ ਕਰਕੇ ਜਿਹੜਾ ਸਿੱਖ ਇਹ 2 ਚੀਜ਼ਾਂ ਨਹੀਂ ਕਰਦਾ, ਅਰਦਾਸਾਂ ਨਹੀਂ ਕਰਦਾ, ਸੁਚੇਤ ਨਹੀਂ ਹੁੰਦਾ, ਉਹਦੇ ਕਾਰਜ ਨਹੀਂ ਹੋਣੇ। ਕਾਰਜ ਰਸ ਕਰਨੇ ਆ ਤੇ ਘਰੋਂ ਤਿਆਰ ਪ੍ਰਤਿਆਰ ਹੋ ਕੇ ਕੇਸਾਂ ਨੂੰ ਕੰਗਾ ਕਰਕੇ ਦਸਤਾਰ ਬੰਨ੍ਹ ਕੇ ਅਰਦਾਸਾਂ ਕਰਕੇ ਚੱਲੋ ਜੀ। ਸੁਣ ਕੇ ਸੀਖ ਸਬਨ ਹੋ ਮਾਨੀ, ਜਥਾ ਆਪ ਸ਼੍ਰੀ ਬਦਨ ਬਖਾਨੀ। ਇਹ ਗੱਲ ਸੁਣ ਕੇ ਸਾਰਿਆਂ ਹੀ ਸਿੰਘਾਂ ਨੇ ਹੱਥ ਬੰਨ੍ਹ ਕੇ ਕਿਹਾ, ਸਤ ਵਚਨ ਜੀ ਅੱਗੋਂ ਤੋਂ ਕਦੇ ਐਸੀ ਗਲਤੀ ਨਹੀਂ ਕਰਾਂਗੇ। ਆਏ ਬਿਰਾਜੇ ਸਤਿਗੁਰ ਡੇਰੇ, ਨਿਸਾ ਬਿਤਾਏ ਸਥੀਰੇ ਸਵੇਰੇ। ਇਹੋ ਚਲੋ ਚਾਲ ਪਾਤਸ਼ਾਹ ਜੀ ਵਾਪਸ ਜੰਗਲਾਂ ਵਿੱਚੋਂ ਹੁੰਦੇ ਹੋਏ ਦਮਦਮਾ ਸਾਹਿਬ ਤਲਵੰਡੀ ਜਿੱਥੇ ਤੰਬੂ ਲੱਗੇ ਹੋਏ ਆ ਆਪਣੇ ਅਸਥਾਨ ਤੇ ਪਹੁੰਚ ਗਏ ਜੀ। ਬੈਠਿਓ ਨਿਕਟ ਖਾਲਸਾ ਆਏ, ਦਰਸੇ ਸੰਗਤ ਫਲ ਕੋ ਪਾਏ। ਔਰ ਰਾਤ ਕੱਟੀ, ਦੂਜਾ ਦਿਨ ਚੜ੍ਹਿਆ, ਸਾਰੇ ਤਿਆਰ ਪ੍ਰਤਿਆਰ ਹੋਏ, ਸਤਿਗੁਰੂ ਵੀ ਤਿਆਰ ਪ੍ਰਤਿਆਰ ਹੋਏ ਤੇ ਆ ਕਰਕੇ ਦੀਵਾਨ ਸਜਾਇਆ ਹੈ ਜਿੱਥੇ ਦਮਦਮਾ ਸਾਹਿਬ ਦਾ ਤਖਤ ਸਾਹਿਬ ਹੈ। ਇਸ ਸਥਾਨ ਤੇ ਸਤਿਗੁਰੂ ਦੀਵਾਨ ਸਜਾਇਆ ਕਰਦੇ ਸਨ। ਕਹਿੰਦੇ ਉੱਚੇ ਥਾਂ ਤੇ ਉੱਚੇ ਟਿੱਬੇ ਨੂੰ ਵੀ ਦਮਦਮਾ ਕਹਿੰਦੇ ਆ ਤੇ ਇਹ ਵੀ ਕਹਿੰਦੇ ਕਿ ਇੱਥੇ ਆ ਕੇ ਸਤਿਗੁਰਾਂ ਨੇ ਕਮਰ ਕੱਸਾ ਖੋਲ੍ਹ ਦਿੱਤਾ। ਕਮਰ ਕੱਸਾ ਸੁਬਾਹ ਸ਼ਾਮ ਰੋਜ਼ਾਨਾ ਖੋਲ੍ਹਦੇ ਆ
ਪਰ ਇੱਥੇ ਕਬਰ ਕਸਾ ਖੋਲ੍ਹਣ ਦਾ ਮਤਲਬ ਹੈ ਜੰਗਾਂ ਦੇ ਵੱਲੋਂ ਸਮਾਪਤੀ ਕਰ ਦਿੱਤੀ ਵੀ ਹੁਣ ਕੋਈ ਜੰਗ ਨਹੀਂ ਕਰਨਾ, ਹੁਣ ਇੱਥੇ ਟਿਕਾਂਗੇ ਸ਼ਾਂਤੀ ਨਾਲ। ਤਾਂ ਇਸ ਕਰਕੇ ਇੱਥੇ ਆ ਕੇ ਸਤਿਗੁਰਾਂ ਨੇ ਜੰਗਾਂ ਦੀ ਸਮਾਪਤੀ ਕਰ ਦਿੱਤੀ ਹੈ। ਹੁਣ ਸਾਡੇ ਮਗਰ ਕੋਈ ਵਜੀਦੇ ਵਰਗਾ ਦੁਸ਼ਮਣ ਨਹੀਂ ਆਵੇਗਾ। ਖੈਰ, ਸਤਿਗੁਰੂ ਪਾਤਸ਼ਾਹ ਜੀ ਦੂਸਰੇ ਦਿਨ ਦੀਵਾਨ ਵਿੱਚ ਸਜੇ। ਸਿੱਖ ਸੰਗਤਾਂ ਤੇ ਗੁਰੂ ਕੇ ਸਿੰਘ ਸਾਰੇ ਆ ਕਰਕੇ ਦੀਵਾਨ ਵਿੱਚ ਦਰਸ਼ਨ ਕਰਦੇ ਹਨ। ਤਦ ਸੋ ਦੀਰਘ ਘਟ ਕੋ ਭਰਿਓ, ਲੇਖ ਆਨ ਦਰਸ ਕੋ ਕਰਿਓ। ਤੋ ਇਸ ਸਮੇਂ ਅੱਜ ਦੂਸਰੇ ਦਿਨ ਇੱਕ ਮਨੁੱਖ ਆਇਆ ਹੈ ਜਿਸ ਨੇ ਗੁਰੂ ਪਿਆਰਿਓ ਦਹੀਂ ਦਾ ਭਰਿਆ ਹੋਇਆ ਵੱਡਾ ਘੜਾ ਸਿਰ ਤੇ ਰੱਖਿਆ। ਪਹਿਲਾਂ ਬਰਤਨ ਦੇ ਰੂਪ ਦੇ ਵਿੱਚ ਘੜੇ ਹੀ ਵਰਤੇ ਜਾਂਦੇ ਸਨ। ਪੁਰਾਣਿਆਂ ਸਮਿਆਂ ਵਿੱਚ ਘੜਿਆਂ ਹੀ ਵਿੱਚ ਹੀ ਗੁੜ ਪਾ ਕੇ ਰੱਖਦਾ, ਘੜਿਆਂ ਵਿੱਚ ਹੀ ਚਾਹ ਪੱਤੀ ਪਾ ਕੇ ਰੱਖਦੀ, ਘੜਿਆਂ ਵਿੱਚ ਹੀ ਹੋਰ ਅਚਾਰ ਪਾਤਾ, ਘੜਿਆਂ ਦੇ ਵਿੱਚ ਹੀ ਦੁੱਧ ਪਾਤਾ, ਦਹੀਂ ਪਾਤੀ। ਤੋ ਇਸ ਤਰ੍ਹਾਂ ਇਹ ਘੜਾ ਦਹੀਂ ਦਾ ਜੰਮਿਆ ਹੋਇਆ ਇੱਕ ਸਿੱਖ ਆਪਣੇ ਸਿਰ ਤੇ ਚੱਕ ਕੇ ਗੁਰੂ ਚਰਨਾਂ ਵਿੱਚ ਆਇਆ ਹੈ ਜੀ। ਭੋਜਨ ਕੀ ਨ ਬਸੇ ਕਿਸ ਗ੍ਰਾਮੋ, ਤੋਹੇ ਪਿਤਾਰ ਤੁਵ ਕਿਆ ਨਾਮੋ। ਔਰ ਪਾਤਸ਼ਾਹ ਜੀ ਨੂੰ ਆ ਕੇ ਨੇ ਮੱਥਾ ਟੇਕਿਆ, ਨਮਸਕਾਰ ਕੀਤੀ। ਪਾਤਸ਼ਾਹ ਕਹਿੰਦੇ ਆ ਵੀ ਸਿੱਖਾ ਕਿੱਥੋਂ ਆਇਆ, ਕਿਹੜਾ ਪਿੰਡ ਹੈ ਤੇਰਾ, ਤੇਰਾ ਕੀ ਨਾਮ ਹੈ, ਤੇਰੇ ਪਿਤਾ ਦਾ ਕੀ ਨਾਮ ਹੈ ਜੀ। ਸ੍ਰੀ ਗੁਰ ਤੇ ਸੁਨ ਸਕਲ ਬਤਾਈ, ਮੌੜ ਗ੍ਰਾਮ ਮੈਂ ਬਸੋ ਗੁਸਾਈ। ਤੋ ਕਹਿਣ ਲੱਗਿਆ ਜੀ ਮੈਂ ਮੌੜ ਤੋਂ ਆਇਆ ਹਾਂ। ਦਮਦਮਾ ਸਾਹਿਬ ਤੋਂ ਪਰਾਂ ਨੂੰ ਮੌੜ ਪੈਂਦਾ, ਉਦੋਂ ਤਾਂ ਸੜਕਾਂ ਨਹੀਂ ਸਨ, ਸਿੱਧੇ ਰਸਤੇ ਕੱਚੇ ਹੁੰਦੇ ਸੀ। ਤਾਂ ਕਹਿਣ ਲੱਗਿਆ ਜੀ ਅਸੀਂ ਮੌੜ ਰਹਿੰਦੇ ਹਾਂ। ਪਿਤਾ ਭੀਮ ਤੇ ਮੈਂ ਸੁਤ ਬੇਹੋ, ਦਲਪਤ ਮੋਏ ਨਾਮ ਧਰ ਦਿਓ। ਮੇਰੇ ਪਿਤਾ ਦਾ ਨਾਮ ਸੀ ਭੀਮ ਤੇ ਮੈਂ ਉਹਦਾ ਪੁੱਤਰ ਹਾਂ, ਤੇ ਮੇਰਾ ਨਾਮ ਉਹਨਾਂ ਨੇ ਦਲਪਤੀ ਰੱਖ ਦਿੱਤਾ। ਭਾਵਨਾ ਸਰੀਰ ਕਰਕੇ ਇਹਦਾ ਪਿਤਾ ਵੀ ਖੁੱਲੇ ਹੱਡਾਂ ਦਾ ਸੀਗਾ, ਲੰਮਾ ਚੌੜਾ ਕੱਦ ਸੀਗਾ, ਖੁੱਲਾ ਸਰੀਰ ਸੀ ਉਸ ਦਾ। ਤੇ ਪਰਿਵਾਰ ਨੇ ਇਸ ਕਰਕੇ ਉਹਦੇ ਬਾਪ ਦਾ ਨਾਮ ਭੀਮ ਰੱਖਿਆ ਸੀ। ਤੇ ਭੀਮ ਦਾ ਇਹ ਪੁੱਤਰ ਹੈ ਜਿਹੜਾ, ਹੁਣ ਉਹਦਾ ਪੁੱਤਰ ਵੀ ਵੱਡਾ, ਖੁੱਲੇ ਹੱਡਾਂ ਦਾ, ਲੰਬੇ ਕੱਦ ਦਾ, ਚੌੜੇ ਕਾਠੇ ਦਾ। ਤੇ ਇਸ ਕਰਕੇ ਪਿਤਾ ਨੇ ਇਹਦਾ ਨਾਮ ਦਲਪਤੀ ਰੱਖ ਲਿਆ। ਤੇ ਗੁਰੂ ਪਿਆਰੋ ਨਾਮ ਦੇ ਵਿੱਚ ਬੜਾ ਅਸਰ ਹੁੰਦਾ ਹੈ। ਆਪ ਜੀ ਦੀ ਵੇਖਦੇ ਹੋ ਕਿ ਮੁਗਲਾਂ ਦੇ ਵਿੱਚ, ਤੁਰਕਾਂ ਦੇ ਵਿੱਚ ਐਸੇ ਨਾਮ ਰੱਖੇ ਹੁੰਦੇ, ਸ਼ੇਰ ਖਾਂ, ਅਫਗਾਨ ਖਾਂ ਵਗੈਰਾ ਵਗੈਰਾ ਕਰਕੇ। ਇਹ ਚੜ੍ਹਦੀ ਕਲਾ ਦੇ ਨਾਮ ਜਦ ਰੱਖੇ ਜਾਂਦੇ ਤੇ ਜੀਵਨ ਦੇ ਵਿੱਚ ਚੜ੍ਹਦੀ ਕਲਾ ਵੀ ਵਰਤਦੀ ਆ। ਤੇ ਕਿੱਥੇ ਗੁਰੂ ਪਿਆਰਿਓ ਪੁਰਾਣੇ ਸਮਿਆਂ ਦੇ ਵਿੱਚ ਹਿੰਦੂ ਮਤ ਵਿੱਚ ਐਸੇ ਨਾਮ ਹੁੰਦੇ ਸਨ ਜਿਹੜੇ ਜਮਾਂ ਹੀ ਢਹਿੰਦੀ ਕਲਾ ਵਾਲੇ। ਗੁਰੂ ਸਾਹਿਬਾਂ ਨੇ ਸਿੰਘਾਂ ਨੂੰ ਫਿਰ ਚੜ੍ਹਦੀ ਕਲਾ ਦੇ ਨਾਮ ਰੱਖਣੇ ਤੇ ਮਗਰ ਸਿੰਘ ਲਾਉਣ ਦਾ ਹੁਕਮ ਦਿੱਤਾ। ਕਹੋ ਸਤਨਾਮ। ਤੋ ਖੈਰ ਇਸੇ ਕਰਕੇ ਇਸ ਦਾ ਨਾਮ ਵੀ ਇਹਦੇ ਪਿਤਾ ਨੇ, ਕਹਿੰਦਾ ਮੇਰੇ ਪਿਤਾ ਨੇ ਮੇਰਾ ਨਾਮ ਦਲਪਤੀ, ਦਲਾਂ ਦਾ ਮਾਲਕ ਰੱਖਿਆ ਹੈ ਜੀ। ਭਏ ਪ੍ਰਸੰਨ ਕਦ ਹਿਰ ਵਿਸਾਲਾ, ਕਿਰਪਾ ਕਰਤ ਬੋਲੇ ਤਿਸ ਕਾਲਾ। ਔਰ ਸਤਿਗੁਰੂ ਪਾਤਸ਼ਾਹ ਇਹਦੇ ਦੱਸੇ ਮੁਤਾਬਕ ਤੇ ਇਹਦਾ ਕੱਦ ਵੇਖ ਕੇ ਬੜੇ ਖੁਸ਼ ਹੋਏ ਤੇ ਨਾਲ ਹੀ ਕਿਰਪਾ ਕਰਦੇ ਹੋਏ ਕਹਿਣ ਲੱਗੇ ਜੀ ਕਰ ਭੀਮ ਆਤਮ ਜਪੇ ਹੋ, ਤਬੇ ਦਲਨ ਕੀ ਪਤ ਪਦ ਲਿਓ। ਕਹਿਣ ਲੱਗਿਆ ਜੇ ਤੂੰ ਭੀਮ ਤੋਂ ਪੈਦਾ ਹੋਇਆ ਪੁੱਤਰ ਹੈ ਤਾਂ ਹੀ ਤੂੰ ਦਲਪਤੀ, ਦਲਾਂ ਦਾ ਮਾਲਕ ਬਣਿਆ ਹੈ। ਖੁਸ਼ੀ ਹੋਏ ਗੁਰ ਭਾਗ ਬੰਦਾਈ, ਜੇ ਸਿੱਖੀ ਕੋ ਰੱਖੇ ਜਨਾਈ। ਤੇ ਜੇ ਤੂੰ ਸਾਡੀ ਸਿੱਖੀ ਧਾਰਨ ਕਰ ਲਵੇਂ, ਜਠਾਈ ਹੁੰਦਾ ਹੈ ਵਡਿਆਈ। ਕਹਿਣ ਲੱਗੇ ਪਾਤਸ਼ਾਹ ਜੇ ਤੂੰ ਸਾਡੀ ਸਿੱਖੀ ਨੂੰ ਧਾਰਨ ਕਰ ਲਵੇਂ, ਇਹ ਤਾਂ ਬਖਸ਼ਿਸ਼ ਤੇਰੇ ਵਿੱਚ ਹੈਗੀ ਆ। ਦੇਖੋ ਪਰਮੇਸ਼ਰ ਨੇ ਸੁੰਦਰ ਕਾਠਾ, ਸੁੰਦਰ ਸਰੀਰ ਬਖਸ਼ਿਆ, ਤੇਰਾ ਨਾਮ ਵੀ ਦਲਪਤੀ ਹੈ। ਤੇ ਜੇ ਤੂੰ ਕਿਤੇ ਗੁਰਸਿੱਖ ਸੱਜ ਜਾਵੇਂ, ਅੰਮ੍ਰਿਤ ਛਕ ਲਵੇਂ, ਤਉ ਅਸਵਰਜ ਪੀ ਵਦੇ ਮਹਾਨਾ, ਮਾਨਤ ਰਹੋ ਗੁਰੂ ਕੀ ਆਨਾ। ਜੇ ਤੂੰ ਗੁਰੂ ਦੀ ਆਣ ਮੰਨ ਕੇ ਚੱਲੇਗਾ, ਗੁਰ ਮੁਤਾਬਕ ਚੱਲੇਗਾ, ਗੁਰੂ ਦੇ ਅਨੁਸਾਰ ਚੱਲੇਗਾ, ਵਾਕਿਆ ਤੇਰੇ ਅੰਦਰੋਂ ਸ਼ਕਤੀਆਂ ਵੀ ਆ ਸਕਦੀਆਂ ਜੋ ਭੀਮ ਚੰਦ ਵਰਗਿਆਂ ਕੋਲ ਸਨ, ਕੈਰਵਾਂ ਪਾਂਡਵਾਂ ਦੇ ਕੋਲ ਸਨ। ਤੇਰੇ ਕੋਲੇ ਉਹ ਸਾਰੀ ਐਸ਼ੋ ਇਸ਼ਰਤ ਰਾਜ ਭਾਗ ਵੀ ਆ ਸਕਦੇ ਹਨ। ਕਿਤਕ ਸਮੇਂ ਬੈਠਨ ਤਬ ਕਰਿਓ, ਬੰਧਨ ਠਾਨ ਸਦਨ ਚਲ ਪਰਿਓ। ਔਰ ਗੁਰੂ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਵੇਲੇ ਇਸ ਨੂੰ ਇੱਕ ਦਸਤਾਰ ਦਿੱਤੀ ਆ, ਆਪਣੇ ਕੋਲੋਂ ਸਿਰੋਂ ਪਾਉ ਦਿੱਤਾ ਹੈ ਜੋ ਇਸ ਨੇ ਆਪਣੇ ਸਿਰ ਤੇ ਬੰਨ੍ਹ ਲਿਆ ਹੈ। ਔਰ ਸਤਿਗੁਰਾਂ ਨੇ ਖੁਸ਼ੀ ਬਖਸ਼ੀ ਸੀ।
ਔਰ ਖੁਸ਼ੇ ਲੈ ਕੇ ਇਹ ਚਲਿਆ ਗਿਆ ਹੈ। दिन द्वै चारक बंदी सिर पर डोमन के गावन को सुनकर। ਤੇ ਕਹਿੰਦੇ ਇਸ ਨੇ 2-4 ਦਿਨ ਸਿਰ ਤੇ ਪੱਗ ਬੰਨੀ, ਗੁਰੂ ਦੀ ਸਿੱਖੀ ਲੈ ਗਿਆ, ਗੁਰੂ ਨੇ ਬਖਸ਼ਿਸ਼ ਕਰਤੀ ਹੈ, ਸਿਰੋਂ ਪਾਉ ਦਿੱਤਾ, ਇਹਨੇ ਸਿਰ ਤੇ ਬੰਨ ਲਿਆ। ਤੁਸੀਂ ਸਿਰੋਂ ਪਾਉ ਲੈਂਦੇ ਹੋ ਨਾ ਗੁਰੂ ਘਰ ਚੋਂ, ਯਾਦ ਰੱਖਿਓ ਕਈ ਵਾਰੀ ਆਪਾਂ ਨੂੰ ਸਹਿਜ ਪਾਠ ਅਖੰਡ ਪਾਠ ਕਰਾਉਣੇ ਆ, ਭੋਗ ਪੈਂਦਾ ਹੈ, ਗ੍ਰੰਥੀ ਸਿੰਘ ਸਾਨੂੰ ਸਿਰੋਪਾ ਦਿੰਦੇ ਆ। ਸਿਰੋਪਾਉ ਦਾ ਅਰਥ ਹੈ ਜੇ ਤੂੰ ਮੇਰਾ ਬਣ ਜਾਵੇਂ ਮੈਂ ਤੈਨੂੰ ਸਿਰ ਤੋਂ ਪੈਰਾਂ ਤੱਕ ਸੰਭਾਲਾਂਗਾ, ਕਹੋ ਸਤਿਨਾਮ, ਤੇਰੀ ਰਕਸ਼ਾ ਕਰਾਂਗਾ। ਤੇ ਯਾਦ ਰੱਖਿਓ ਸਰੋਪਾ ਲੈ ਕੇ ਸਾਨੂੰ ਸਿਰ ਤੇ ਬੰਨ੍ਹ ਲੈਣਾ ਚਾਹੀਦਾ ਇੱਕ ਵਾਰੀ, ਕਹੋ ਸਤਿਨਾਮ। ਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਪਰ ਇੱਥੋਂ ਸਰੋਪਾ ਪਾਇਆ ਗਲ 'ਚ ਤੇ ਗੇਟ ਤੋਂ ਬਾਹਰ ਨਿਕਲਦਿਆਂ ਕੱਢ ਕੇ ਝੋਲੇ 'ਚ ਪਾ ਲੈਂਦੇ ਆ, ਕਹੋ ਸਤਿਨਾਮ। ਭਾਵ ਪਤਾ ਹੀ ਨਹੀਂ ਸਰੋਪੇ ਦੀ ਅਹਿਮੀਅਤ ਦਾ, ਇਹਨੂੰ ਵੀ ਨਹੀਂ ਪਤਾ ਸੀ ਮੌੜਾਂ ਵਾਲੇ ਨੂੰ, ਜੋ ਪਾਤਸ਼ਾਹ ਨੇ ਇਸ 'ਤੇ ਬਖਸ਼ਿਸ਼ ਕੀਤੀ ਸੀ। ਇਹਨੇ 2-4 ਦਿਨ ਉਹ ਸਿਰੋਪੇ ਰੂਪ ਦੇ ਵਿੱਚ ਆਪਣੇ ਸਿਰ 'ਤੇ ਬੰਨ੍ਹਣਾ ਕੀਤਾ ਹੈ। 2-4 ਦਿਨਾਂ ਬਾਅਦ ਕਿਤੇ ਮਰਾਸੀ ਆਏ ਤੇ ਉਹਨਾਂ ਨੇ ਇਹਦੇ ਘਰ ਨੱਚਣਾ ਗਾਉਣਾ ਕੀਤਾ, ਤੇ ਇਹਨੇ ਕੀ ਕੀਤਾ, ਉਹ ਸਿਰਾਪਾ ਲਾ ਕਰਕੇ ਗੁਰੂ ਦੀ ਬਖਸ਼ਿਸ਼ ਦੇ ਬਾਰੇ ਜਾਣਕਾਰੀ ਨਹੀਂ ਸੀਗੀ। ਪੰਡਤ ਰੋਵੇ ਗਿਆਨ ਗਵਾਏ, ਪੰਡਤ ਭਾਵ ਗਿਆਨੀ ਗਿਆਨ ਨੂੰ ਗਵਾ ਕਰਕੇ ਮਗਰੋਂ ਪਛਤਾਉਂਦਾ, ਫਿਰ ਵਾਰ-ਵਾਰ ਚੀਜ਼ ਮਿਲਦੀ ਨਹੀਂ ਹੁੰਦੀ। ਤੇ ਸਤਿਗੁਰਾਂ ਨੇ ਇਹ ਤੇ ਬਖਸ਼ਿਸ਼ ਕਰਤੀ ਸੀ, ਪਰ ਇਸ ਨੇ ਮੂਰਖ ਨੇ ਉਹ ਦਸਤਾਰ, ਉਹ ਸਿਰੋਪਾ ਜਿਹੜਾ ਹੈ ਖੁਸ਼ੀ ਵਿੱਚ ਆ ਕੇ ਮਰਾਸੀਆਂ ਨੂੰ ਦੇ ਦਿੱਤਾ, ਡੂਮਾਂ ਨੂੰ ਦੇ ਦਿੱਤਾ, ਗਾਉਣ ਵਾਲਿਆਂ ਨੂੰ ਦੇ ਦਿੱਤਾ, ਤੇ ਖਾਲੀ ਦਾ ਖਾਲੀ ਰਹਿ ਗਿਆ ਹੈ ਜੀ। ਗੁਰ ਮਹਿਮਾ ਮਨ ਮੇ ਆਏ, ਖਾਲੀ ਰਹੋ ਖੁਸ਼ੀ ਕੋ ਪਾਏ। ਜਿਹੜੀ ਗੁਰੂ ਕੇ ਨੇ ਖੁਸ਼ੇ ਬਖਸ਼ੇ ਸੀ, ਉਹ ਖੁਸ਼ੇ ਇਹਦੇ ਕੋਲੋਂ ਨਿਕਲ ਗਏ ਹੱਥੋਂ। ਗੁਰੂ ਦੇ ਬਚਨ ਜਿਹੜੇ ਆ ਕੰਨ ਰਾਹੀਂ ਪ੍ਰਵੇਸ਼ ਕਰਦੇ ਆ, ਮੂੰਹ ਰਾਹੀਂ ਚਲੇ ਜਾਂਦੇ ਆ। ਆਪ ਜੀ ਨੂੰ ਪਤਾ ਹੋਣਾ ਕਿ ਇੱਕ ਗਿਆ ਜੀ ਤੋਂ ਸੇਠਾਂ ਦਾ ਮੁੰਡਾ ਆਇਆ, ਬਾਣੀਆਂ ਦਾ ਮੁੰਡਾ ਆਇਆ। ਉਸ ਦਾ ਪਿਤਾ ਜਿਹੜਾ ਪਿਛਲੇ ਗੁਰੂਆਂ ਦਾ ਸਿੱਖ ਸੀਗਾ, ਤੇ 10ਵੇਂ ਪਾਤਸ਼ਾਹ ਵੇਲੇ ਉਹਦਾ ਪੁੱਤਰ ਨੌਜਵਾਨ ਤਕੜਾ ਹੋਇਆ, ਤੇ ਉਹਨੂੰ ਕਹਿਣ ਲੱਗਿਆ, ਜਾ ਪੁੱਤਰ ਤੂੰ ਵੀ ਗੁਰਸਿੱਖੀ ਧਾਰਨ ਕਰਕੇ ਆ, ਗੁਰੂ ਵਾਲਾ ਬਣ ਕੇ ਆ। ਤੇ ਕਹਿੰਦੇ ਉਹ ਬੱਚਾ ਜਿਹੜਾ ਹੈ ਗਿਆ ਜੀ ਤੋਂ ਚੱਲਿਆ, ਤੇ ਚਲੋ ਚਾਲ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਿਆ। ਤੇ ਜਿਸ ਵੇਲੇ ਅਨੰਦਪੁਰ ਸਾਹਿਬ ਆਇਆ ਤੇ ਉਸ ਦੇ ਪਿਤਾ ਨੇ ਕਿਹਾ ਸੀ, 500 ਰੁਪਈਆ ਮੇਰੇ ਵੱਲੋਂ ਨਮਸਕਾਰ ਕਰਦੀ, 100 ਰੁਪਈਆ ਤੂੰ ਵੀ ਮੱਥਾ ਟੇਕੀ, ਤੇ ਨਾਲੇ ਥੋੜ੍ਹਾ ਰਾਸ਼ਨ ਦਾ ਗੱਟਾ ਲੈ ਜਾ, 50 ਸੇਰ ਕਣਕ ਆਟਾ ਵਗੈਰਾ ਚਕਾਇਆ ਉਸ ਨੂੰ। ਤੇ ਉਹ ਚੀਜ਼ਾਂ ਲੈ ਕਰਕੇ ਜਦੋਂ ਉਹ ਸੇਠ ਦਾ ਪੁੱਤਰ ਕਹਿੰਦੇ ਇੱਥੇ ਪਹੁੰਚਿਆ ਅਨੰਦਪੁਰ ਸਾਹਿਬ ਆ ਕੇ, ਇਸ ਨੇ ਜਦੋਂ ਗੇਟ ਵਿੱਚ ਵੜਨਾ ਕੀਤਾ, ਕਿਤੇ ਗੁਰੂ ਸਾਹਿਬ ਬਾਹਰੋਂ ਸ਼ਿਕਾਰ ਖੇਡ ਕੇ ਆਏ ਸੀਗੇ, ਤੇ ਇਹਦੇ ਮਨ ਵਿੱਚ ਉਸੇ ਵੇਲੇ ਹੀ ਵੱਜ ਗਈ ਗੱਲ ਵੀ ਯਾਰ ਮੈਂ ਤਾਂ ਕੋਈ ਵੈਸ਼ਨੂੰ ਗੁਰੂ ਧਾਰਨ ਕਰਨਾ ਸੀਗਾ, ਇਹ ਤਾਂ ਸ਼ਿਕਾਰ ਖੇਡਦੇ ਆ, ਤਾਂ ਜਾਨਵਰ ਵੀ ਮਾਰਦੇ ਹੋਣਗੇ, ਕਹੋ ਸਤਿਨਾਮ। ਉੱਥੋਂ ਹੀ ਮਨ ਵਿੱਚ ਤਰਕ ਆ ਗਈ, ਕਰੱਕੀ ਆ ਗਈ, ਤੇ ਅੰਦਰ ਗਿਆ, ਚਲੋ ਮੱਥਾ ਟੇਕਿਆ, 600 ਰੁਪਈਆ ਮੱਥਾ ਟੇਕਿਆ, ਰਾਸ਼ਨ ਦਾ ਗੱਟਾ ਲੰਗਰ 'ਚ ਪਾ ਦਿੱਤਾ। ਤਾਂ ਹੁਣ ਗੁਰੂ ਪਾਤਸ਼ਾਹ ਕੋਲ ਕਈ ਦਿਨ ਇਹ ਰਿਹਾ, ਬੈਠਦਾ ਰਿਹਾ, ਐਕਟੀਵਿਟੀ ਸਾਰੀ। 5-6 ਦਿਨਾਂ ਬਾਅਦ ਕਹਿਣ ਲੱਗਿਆ, ਚੰਗਾ ਮਹਾਰਾਜ ਜੀ ਆ ਗਿਆ, ਬਖਸ਼ੋ ਮੈਂ ਜਾਵਾਂ। ਪਾਤਸ਼ਾਹ ਕਹਿੰਦੇ ਠੀਕ ਹੈ ਪੁੱਤਰ, ਖੁਸ਼ ਹੈ। ਔਰ ਪਾਤਸ਼ਾਹ ਨੇ ਆਪਣੇ ਕੋਲੋਂ ਇੱਕ ਲੋਹੇ ਦਾ ਕੜਾ ਦੇ ਦਿੱਤਾ ਇਸ ਨੂੰ, ਕਹਿੰਦੇ ਆ ਕੜਾ ਸੱਜੇ ਹੱਥ 'ਚ ਪਾ ਕੇ ਰੱਖੀ, ਤੇ ਆ ਲੈ ਜਾ ਪ੍ਰਸ਼ਾਦ। ਤੇ ਤੋਰਤਾ, ਵਿਦਾ ਕਰਤਾ ਪਾਤਸ਼ਾਹ ਨੇ ਖੁਸ਼ੀਆਂ ਬਖਸ਼ ਕੇ। ਪਰ ਹੁਣ ਗੁਰੂ ਪਿਆਰਿਓ, ਨਾਨਕ ਦੀਆਂ ਗੁੱਝੀਆਂ ਰਮਜਾਂ ਨੂੰ ਬੇਸਮਝ ਜ਼ਮਾਨਾ ਕੀ ਜਾਣੇ। ਇਹ ਅਨੰਦਪੁਰ ਸਾਹਿਬ 'ਚੋਂ ਬਾਹਰ ਨਿਕਲਿਆ, ਅੱਗੇ ਇਸ ਨੂੰ ਇੱਕ ਜ਼ਿਮੀਂਦਾਰ ਮਿਲ ਗਿਆ, ਧਰਮ ਸਿੰਘ। ਉਹ ਧਰਮ ਸਿੰਘ ਗੁਰੂ ਕਾ ਸਿੱਖ ਸੀ। ਉਹ ਕਹਿਣ ਲੱਗਿਆ, ਭਾਈ ਸਾਹਿਬ ਕਿੱਥੋਂ ਆਏ ਹੋ? ਕਹਿੰਦੇ ਯਾਰ ਆਇਆ ਤਾਂ ਮੈਂ ਅਨੰਦਪੁਰ ਤੋਂ ਹਾਂ। ਅੱਛਾ, ਤੇ ਫਿਰ ਐਂ ਕਿਵੇਂ ਬੋਲਿਆ ਢਿੱਲਾ ਜਾ? ਕਹਿੰਦਾ ਕਾਹਦਾ ਢਿੱਲਾ ਜਾ ਯਾਰ, 600 ਰੁਪਈਆ ਮੱਥਾ ਵੀ ਟੇਕਿਆ, ਮੇਰੇ ਬਾਪੂ ਨੇ ਮੈਨੂੰ ਭੇਜਤਾ, ਕਹਿੰਦੇ ਜਾ ਸਿੱਖੀ ਬਣ ਕੇ ਲੈ ਕੇ ਆ, ਗੁਰੂ ਕਾ ਸਿੱਖ ਬਣ ਕੇ ਆ ਤੂੰ। ਮੈਂ 600 ਰੁਪਈਆ ਮੱਥਾ ਵੀ ਟੇਕਿਆ, ਇੱਕ ਰਾਸ਼ਨ ਦਾ ਗੱਟਾ ਵੀ ਲੰਗਰ 'ਚ ਪਾਇਆ, ਤੇ ਫਿਰ ਕੀ ਅੱਜ ਮੈਂ ਮੁੜ ਕੇ ਚੱਲਿਆ, ਬਾਬੇ ਨੇ ਇੱਕ ਤਾਂ ਕੜਾ ਜਿਹਾ ਦੇਤਾ ਲੋਹੇ ਦਾ, ਕਹਿੰਦੇ ਹੱਥ 'ਚ ਪਾ ਕੇ ਰੱਖੀ, ਤੇ ਇੱਕ ਮੈਨੂੰ ਕਹਿੰਦੇ ਨਿਹਾਲ ਸਿੱਖਾ, ਜਦੋਂ ਯਾਦ ਕਰੇਗਾ ਉਦੋਂ ਹੀ ਆਵਾਂਗੇ। ਹੁਣ ਸਤਿਗੁਰੂ ਝੂਠੇ ਵਚਨ ਥੋੜ੍ਹਾ ਕਰਦਾ। ਧਰਮ ਸਿੰਘ ਸੋਚਦਾ ਬਈ ਯਾਰ ਐਡੀ ਵੱਡੀ ਗੱਲ ਪਾਤਸ਼ਾਹ ਨੇ ਇਹਨੂੰ ਬਖਸ਼ਿਸ਼ ਕਰਤੀ, ਬਚਨ ਦੇਤਾ, ਬਖਸ਼ਾਂ ਕਰਤੀਆਂ,
ਕਹਿੰਦੇ ਇੱਕ ਆ ਪ੍ਰਸ਼ਾਦ ਹੈ, ਪਤਾ ਨਹੀਂ ਮਾਸੀ ਦਾ ਨਾ ਬਣਿਆ ਹੋਵੇ, ਕਿਉਂਕਿ ਮਨ ਵਿੱਚ ਕਰੱਕੀ ਆ ਗਈ, ਇਹਦੇ ਪਤਾ ਨਹੀਂ ਕਾਹਦਾ ਪ੍ਰਸ਼ਾਦ ਦੇਤਾ ਮੈਨੂੰ। ਉਹ ਸਿੱਖ ਕਹਿਣ ਲੱਗਿਆ ਵੀ ਦੇਖ ਤੈਨੂੰ ਆ ਗਿਆ ਤਰਕ, ਇਹ ਹੁਣ ਤੈਥੋਂ ਗੁਰੂ ਦਾ ਬਚਨ ਸਮਝਣਾ ਨਹੀਂ ਲੱਗਦਾ, ਤੂੰ ਐਂ ਕਰ ਤੇਰਾ 600 ਰੁਪਈਆ ਖਰਚ ਹੋਇਆ, ਮੈਂ ਤੈਨੂੰ 605 ਰੁਪਈਏ ਦੇ ਦੇਣਾ ਤੇ ਤੂੰ ਇਹ ਸਮਾਨ ਮੈਨੂੰ ਦੇ ਜਾ। ਉਹ ਕਹਿਣ ਲੱਗਿਆ ਠੀਕ ਆ, ਬਾਣੀਆ ਪੁੱਤਰ ਸੀਗਾ, ਵਪਾਰੀ ਪੁੱਤਰ ਸੀ, ਸੋਚਿਆ 5 ਰੁਪਏ ਵੱਧ ਮਿਲਦੇ ਆ, ਕਹਿੰਦਾ ਲੈ ਲਾ। ਉਸ ਧਰਮ ਸਿੰਘ ਨੇ ਕਹਿੰਦੇ ਜਿਵੇਂ ਕਿਵੇਂ ਕਰਕੇ 600 ਰੁਪਈਆ 605 ਰੁਪਏ ਇਕੱਤਰ ਕੀਤੇ, ਘਰ ਵੱਲ ਦੇ ਗਹਿਣੇ ਗੂਣੇ ਗਹਿਣੇ ਧਰ ਕੇ ਆਇਆ, ਜਿਵੇਂ ਕਿਵੇਂ ਕਰਕੇ 605 ਰੁਪਏ ਇਕੱਠੇ ਕਰਕੇ ਇਹਨੂੰ ਦੇ ਤੇ ਕਹਿੰਦੇ ਆ ਲੈ। ਇਹ ਕੜਾ ਲਾ ਕੇ ਫੜਾਉਣ ਲੱਗਿਆ, ਕਹਿੰਦੇ ਨਹੀਂ ਕੜਾ ਤਾਂ ਭਾਈ ਰੱਖ। ਫਿਰ ਕਹਿੰਦਾ ਪ੍ਰਸ਼ਾਦ, ਕਹਿੰਦੇ ਨਹੀਂ ਪ੍ਰਸ਼ਾਦ ਵੀ ਘਰੇ ਲੈ ਜਾ। ਕਹਿੰਦੇ ਫਿਰ ਹੋਰ ਕੀ ਦੇਵਾਂ? ਕਹਿੰਦੇ ਜਿਹੜਾ ਬਚਨ ਤੈਨੂੰ ਕਿਹਾ ਗੁਰੂ ਸਾਹਿਬ ਨੇ ਉਹ ਬਚਨ ਮੈਨੂੰ ਕਹਿ ਦੇ, ਕਹੋ ਸਤਨਾਮ। ਕਹਿੰਦਾ ਉਹ ਕਿਵੇਂ ਦੇਵਾਂ? ਕਹਿੰਦੇ ਬਸ ਜਿਵੇਂ ਤੈਨੂੰ ਕਿਹਾ ਉਵੇਂ ਮੈਨੂੰ ਕਹਿ ਰਿਹਾ, ਫੜ 605 ਰੁਪਏ। ਉਹਨੇ 605 ਰੁਪਏ ਫੜੇ ਜੇਬ 'ਚ ਪਾਇਆ। ਕਹਿੰਦੇ ਗੁਰੂ ਸਾਹਿਬ ਨੇ ਤਾਂ ਕਿਹਾ ਸੀਗਾ ਨਿਹਾਲ 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 ਸਿੱਖਾ, ਜਦੋਂ ਯਾਦ ਕਰੇਗਾ ਉਦੋਂ ਹੀ ਆਵਾਂਗੇ। ਇਹਨੇ 605 ਰੁਪਏ ਲਏ ਅਤੇ ਗੁਰੂ ਪਿਆਰਿਓ ਫਿਰ ਇੱਥੋਂ ਚੱਲ ਕੇ ਅਨੰਦਪੁਰ ਸਾਹਿਬ ਤੋਂ ਦਿੱਲੀ ਵਿੱਚ ਦੀ ਹੁੰਦਾ ਹੋਇਆ ਜੈਪੁਰ ਨੂੰ ਗਿਆ। ਅਤੇ ਰਸਤੇ ਵਿੱਚ ਜਾਂਦਿਆਂ ਨੇ ਹੀਰੇ ਜਵਾਹਰਾਤਾਂ ਦਾ ਜਿਹੜਾ ਹੈ ਵਪਾਰ ਕੀਤਾ। ਉਹ 605 ਰੁਪਏ ਦੇ ਦਿੱਲੀੋਂ ਖਰੀਦੇ ਜੈਪੁਰ ਵੇਚੇ, ਜਾਂ ਜੈਪੁਰੋਂ ਤੋਂ ਖਰੀਦੇ ਦਿੱਲੀ ਵੇਚੇ। ਇਸ ਤਰ੍ਹਾਂ ਇਹਨੇ ਵਪਾਰ ਕਰਕੇ 3000 ਰੁਪਈਆ ਤਿਆਰ ਕਰ ਲਿਆ। ਹੁਣ ਬੜਾ ਖੁਸ਼ ਆ, ਮੈਂ 600 ਦਾ 3000 ਬਣਾ ਲਿਆ। ਘਰੇ ਗਿਆ, ਜਦ ਘਰੇ ਗਏ ਨੂੰ ਬਾਪੂ ਨੇ ਪੁੱਛਿਆ ਪੁੱਤ ਜਾ ਆਇਆ ਬਾਬਾ ਜੀ ਕੋਲੇ? ਕਹਿੰਦੇ ਜਾ ਆਇਆ। ਜਾ ਯਾਰ ਬਾਪੂ ਉਹ ਤਾਂ ਸ਼ਿਕਾਰ ਖੇਡਦੇ ਆ, ਮੈਂ ਤਾਂ ਵੈਸ਼ਨੂੰ ਗੁਰੂ ਧਾਰਨ ਕਰਨਾ ਸੀ। ਕਹਿੰਦੇ ਕੋਈ ਗੱਲ ਨਹੀਂ, ਉਹ ਗੱਲ ਤੋਂ ਆਪਾਂ ਕੀ ਲੈਣਾ, ਤੈਨੂੰ ਸ਼ਬਦ ਮਿਲੇ ਆ, ਬਚਨ ਮਿਲ ਗਿਆ ਨਾ, ਗੁਰਮਤ ਮਿਲ ਗਿਆ। ਕਹਿੰਦੇ ਕਾਹਦਾ ਮਿਲ ਗਿਆ? ਜਦੋਂ ਮੈਂ ਗਿਆ 600 ਰੁਪਈਆ ਤਾਂ ਆਪਾਂ ਉਹਨਾਂ ਨੂੰ ਮੱਥਾ ਟੇਕਿਆ ਅਤੇ ਰਾਸ਼ਨ ਵੀ ਪਾਇਆ ਗੋਲਕ 'ਚ ਲੰਗਰ 'ਚ। ਉਹ ਮੈਨੂੰ ਆਉਂਦੇ ਨੂੰ ਕਹਿੰਦੇ ਪੁੱਤਾ ਕੜਾ ਪਾ ਕੇ ਰੱਖੀ, ਅਤੇ ਨਾਲੇ ਕਹਿੰਦੇ ਨਿਹਾਲ 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 ਸਿੱਖਾ, ਜਦੋਂ ਯਾਦ ਕਰੇਗਾ ਉਦੋਂ ਹੀ ਆਵਾਂਗੇ। ਕਹਿੰਦੇ ਫਿਰ? ਕਹਿੰਦੇ ਫਿਰ ਕੀ ਬਾਪੂ, ਇਹ 'ਚ ਕੀ ਸੀਗਾ? ਮੈਨੂੰ ਕਮਲਾ ਸਿੱਖ ਟੱਕਰ ਗਿਆ ਰਾਹ 'ਚ। ਕਮਲਾ ਹੀ ਸਮਝਦੇ ਆ, ਪਰ ਉਹਨਾਂ ਨੂੰ ਪਤਾ ਇਹਦੇ ਗੁਣ ਦਾ। ਕਹਿੰਦੇ ਉਹ ਕਿਵੇਂ? ਕਹਿੰਦੇ ਇੱਕ ਜੱਟ ਟੱਕਰ ਗਿਆ ਧਰਮ ਸਿੰਘ ਨਾਮ ਦਾ, ਉਹ ਮੈਨੂੰ ਕਹਿੰਦਾ ਕਿੱਥੋਂ ਆਏ ਆ? ਮੈਂ ਕਿਹਾ ਅਨੰਦਪੁਰ ਤੋਂ। ਉਹਨੇ ਪੁੱਛਿਆ ਉਦਾਸ ਕਿਉਂ ਆ? ਮੈਂ ਕਿਹਾ ਯਾਰ 600 ਰੁਪਈਆ ਮੱਥਾ ਵੀ ਟੇਕਿਆ ਅਤੇ ਬਾਬੇ ਨੇ ਦਿੱਤਾ ਕੀ? ਫਿਰ ਉਹਨੇ ਮੈਨੂੰ 605 ਰੁਪਈਏ ਦੇਤੇ। ਫਿਰ ਕਹਿੰਦੇ ਜਿਹੜਾ ਬਾਬੇ ਨੇ ਬਚਨ ਕਿਹਾ ਸੀ ਉਹ ਮੈਂ ਉਹਨੂੰ ਕਹਿਤਾ, ਅਤੇ ਆ ਕੜਾ ਤਾਂ ਲਿਆਂਦਾ ਅਤੇ ਆ ਪ੍ਰਸ਼ਾਦ ਹੈ, ਪਤਾ ਨਹੀਂ ਕਾਹਦਾ ਹੈ। ਜਦੋਂ ਪ੍ਰਸ਼ਾਦ ਖੋਲ੍ਹਿਆ ਉਹ ਗਰਮ ਗਰਮ ਗੁਰੂ ਪਿਆਰਿਓ ਕੜਾ ਪ੍ਰਸ਼ਾਦ। ਉਹਦਾ ਪਿਤਾ ਕਹਿੰਦਾ ਪੁੱਤ ਤੂੰ ਬਹੁਤ ਘਾਟਾ ਪਾ ਕੇ, ਕਹਿੰਦਾ ਘਾਟਾ ਨਹੀਂ, ਮੈਂ 3000 ਬਣਾ ਕੇ ਲਿਆਇਆ। ਰਾਹ ਵਿੱਚੋਂ ਹੀਰੇ ਮੋਤੀਆਂ ਦਾ ਵਪਾਰ ਕੀਤਾ ਮੈਂ ਦਿੱਲੀੋਂ ਟੱਪਦਿਆਂ, ਜੈਪੁਰ ਵੇਚ ਕੇ 3000 ਬਣ ਗਿਆ। ਕਹਿੰਦੇ 3000 ਕਿਸੇ ਕੰਮ ਦਾ ਨਹੀਂ, ਜਿਹੜਾ ਬਚਨ ਬਾਬੇ ਨੇ ਦਿੱਤਾ ਸੀਗਾ ਉਹ ਤੂੰ ਗਵਾ ਆਇਆ, ਕਹੋ ਸਤਨਾਮ। ਉਹਦਾ ਕੋਈ ਮੁੱਲ ਨਹੀਂ, ਚੱਲ ਵਾਪਸ ਚੱਲੀਏ। ਇਤਨੇ ਧਰਮ ਸਿੰਘ ਜ਼ਿਮੀਂਦਾਰ ਸੀ, ਖੇਤੀਬਾੜੀ ਕਰਦਾ। ਦੂਜੇ ਦਿਨ ਖੇਤ ਗਿਆ, ਉਹਨੇ ਹਲ ਜੋੜਿਆ, ਅਤੇ ਹਲ ਜਦ ਜੋੜਿਆ ਖੇਤ ਵਿੱਚ ਅਤੇ ਥੱਲਿਓਂ ਉਹਦੀ ਚੌ ਵੱਜੀ ਕਿਸੇ ਬਰਤਨ ਵਿੱਚ। ਥਾਂ ਪੱਟ ਕੇ ਦੇਖਿਆ, ਥੱਲੇ ਗਾਗਰ ਨਿਕਲੀ ਮੋਹਰਾਂ ਦੀ ਭਰੀ ਹੋਈ। ਬੜਾ ਖੁਸ਼ ਹੋਇਆ। ਉਹ ਮੋਹਰਾਂ ਦੀ ਗਾਗਰ ਘਰੇ ਲੈ ਗਿਆ। ਘਰੇ ਜਾ ਕੇ ਗਿਣੀਆਂ, ਗਿਣ ਕੇ 10ਵਾਂ ਹਿੱਸਾ ਗੁਰੂ ਸਾਹਿਬ ਦਾ ਕੱਢਿਆ। ਕੁਝ ਦਿਨਾਂ ਦੇ ਬਾਅਦ ਦੀ ਇਹ ਘਟਨਾ ਹੈ। ਉੱਧਰੋਂ ਉਹ ਪਿਓ ਪੁੱਤ ਚੱਲ ਪਏ, ਇੱਧਰੋਂ ਇਹ ਚੱਲ ਪਿਆ ਲੈ ਕੇ ਦਸੌਂਦ ਪਾਤਸ਼ਾਹ ਜੀ ਦੇ ਕੋਲ ਬੈਠਾ। ਇਤਨੇ ਉਹ ਆ ਗਏ। ਉਹ ਪੁੱਤਰ ਕਹਿਣ ਲੱਗਿਆ, ਬਿਸ਼ੰਬਰ ਦਾਸ ਦਾ ਪੁੱਤਰ ਗੋਪਾਲ ਦਾਸ ਕਹਿਣ ਲੱਗਿਆ ਬਾਪੂ ਜੀ ਆਹੀ ਸਿੱਖ ਸੀਗਾ। ਕਹਿੰਦੇ ਅੱਛਾ। ਧਰਮ ਸਿੰਘ ਪਾਤਸ਼ਾਹ ਜੀ ਨਾਲ ਗੱਲ ਕਰ ਰਿਹਾ ਹੈ ਕਿ ਮਹਾਰਾਜ ਅੱਜ ਤੁਹਾਡੇ ਸਿੱਖ ਭਰੋਸਾ ਨਹੀਂ ਕਰ ਰਹੇ ਬਚਨਾਂ 'ਤੇ, ਤੁਹਾਡੇ ਤੋਂ ਬਾਅਦ ਸਾਡਾ ਕੀ ਬਣੂਗਾ? ਕਹਿੰਦੇ ਫਿਰ ਜਿਹੜਾ ਬਚਨਾਂ 'ਤੇ ਭਰੋਸਾ ਨਹੀਂ ਕਰੂਗਾ ਪਛਤਾਊਗਾ ਸਿੱਖਾ। ਮਹਾਰਾਜ ਉਹ ਬਿਸ਼ੰਬਰ ਦਾਸ ਦਾ ਆ ਹੀ ਗਏ ਦੋਨੇ ਜਣੇ ਪਿਓ ਪੁੱਤ। ਹਾਂ ਬੱਚੇ ਤੁਸੀਂ ਕਿਰਪਾ ਕੀਤੀ ਸੀ, ਬਖਸ਼ਿਸ਼ ਕੀਤੀ ਸੀਗੀ, ਇਹ ਡਾਵਾਂ ਡੋਲ ਸੀ ਜਾਂਦਾ ਹੋਇਆ, ਔਰ ਇਹ ਸ਼ਬਦ ਮੈਨੂੰ ਦੇ ਗਿਆ ਤੁਹਾਡਾ ਕੀਤਾ ਕਿਹਾ ਹੋਇਆ। ਅਤੇ ਇਹ ਪੈਸੇ ਲੈ ਗਿਆ 605 ਰੁਪਈਏ। ਉਹ ਬਜ਼ੁਰਗ ਕਹਿੰਦਾ ਹੈ ਪਾਤਸ਼ਾਹ ਕਿਰਪਾ ਕਰੋ ਉਹ ਬਚਨ ਦੁਬਾਰੇ ਦਵਾ ਦਿਓ। ਪਾਤਸ਼ਾਹ ਕਹਿੰਦੇ ਵੀ ਦੇਖੋ ਸੌਦਾ ਧਰਮ ਸਿੰਘ ਨਾਲ ਕੀਤਾ, ਮੁੰਡੇ ਨੇ ਧਰਮ ਸਿੰਘ ਨੂੰ ਪੁੱਛ ਲਓ ਜੇ ਮੋੜਦਾ ਤਾਂ। ਧਰਮ ਸਿੰਘ ਕਹਿੰਦਾ ਮੈਂ ਤਾਂ ਕਿਸੇ ਭਾਵ ਹੀ ਨਹੀਂ ਦਿੰਦਾ ਗਾ ਮਹਾਰਾਜ, ਮੈਂ ਤਾਂ ਨਹੀਂ ਉਹ ਬਚਨ ਦਿੰਦਾ ਜਿਸ ਬਚਨ ਨੇ ਮੇਰੇ ਘਰੇ ਇੰਨੀ ਕਿਰਪਾ ਕਰਤੀ, ਮੈਨੂੰ ਦੂਜੇ ਦਿਨ ਹੀ ਮੋਹਰਾਂ ਦੀ ਗਾਗਰ ਲੱਭੇ ਆਈ। ਕਹੋ ਸਤਨਾਮ। ਆਹ ਲਓ ਤੁਹਾਡਾ 10ਵਾਂ ਦਸੌਂਦ ਵੀ ਕੱਢ ਕੇ ਲਿਆਇਆ। ਤਾਂ ਗੁਰੂ ਪਿਆਰਿਓ ਫਿਰ
ਧਰਮ ਸਿੰਘ ਨੇ ਸਿੱਧਾ ਜਵਾਬ ਦਿੱਤਾ ਵੀ ਮੈਂ ਨਹੀਂ ਵੇਚਦਾ, ਸ਼ਬਦ ਵੇਚਿਆ ਨਹੀਂ ਜਾਂਦਾ ਕਦੇ, ਜਿਵੇਂ ਇਸ ਨੇ ਗੁਰੂ ਕਾ ਬਖਸ਼ਿਆ ਸਰੋਪਾ ਚੱਕ ਕੇ ਮਰਾਸੀਆਂ ਨੂੰ ਫੜਾਤਾ। ਕਹੋ ਸਤਨਾਮ ਸ੍ਰੀ। ਗੁਰੂ ਸਾਹਿਬ ਨੇ ਕਿਰਪਾ ਕਰਕੇ ਭੇਜਿਆ, ਇਹਨੇ ਮਰਾਸੀਆਂ ਦਾ ਗਾਉਣਾ ਦੇਖ ਕੇ ਤੇ ਉਹਨਾਂ ਨੂੰ ਫੜਾਤਾ। ਇਹਨੂੰ ਪਤਾ ਨਹੀਂ ਸੀ ਕਿ ਇੰਨੀ ਕਿਰਪਾ ਇਸ ਚੀਜ਼ ਦੇ ਵਿੱਚ। ਜਦੋਂ ਉਹਨੇ ਜਵਾਬ ਦਿੱਤਾ ਤੇ ਉਹ ਸੇਠ ਜਿਹੜਾ ਸੀਗਾ ਉਹ ਮਿਹਨਤ ਕਰਨ ਲੱਗਿਆ, ਪਾਤਸ਼ਾਹ ਬੱਚਾ ਅਣਜਾਣ ਹੈ, ਤੁਸੀਂ ਕਿਰਪਾ ਕਰ ਦਿਓ। ਪਾਤਸ਼ਾਹ ਕਹਿੰਦੇ ਦੇਖ ਸੇਠਾ, ਕਿਰਪਾ ਤਾਂ ਇੱਕੋ ਵਾਰੀ ਹੋਇਆ ਕਰਦੀ ਆ, ਪਰ ਹੁਣ ਤੁਹਾਨੂੰ ਇੱਕ ਜੁਗਤੀ ਦੱਸਦੇ ਆ ਜਿਹੜੀ ਆਪਣੇ ਵਾਸਤੇ ਵੀ ਆ। ਇਹ 100 ਸਾਖੀ ਵਿੱਚ ਬਾਬਾ ਜੀ ਦੀ ਸਾਖੀ ਲਿਖੀ ਹੋਈ ਆ, ਜਨਮ ਸਾਖੀ ਆ 100 ਸਾਖੀ ਗੁਰੂ ਗੋਬਿੰਦ ਸਿੰਘ ਜੀ ਦੀ, ਉਹਦੇ ਵਿੱਚ ਕਹਿੰਦੇ ਜੀ ਕੀ ਦੱਸੋ। ਕਹਿੰਦੇ ਜਦੋਂ ਵੀ ਕੋਈ ਕੰਮ ਅੜਿਆ ਹੋਵੇ, ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕਰਕੇ ਕੋਲ ਬੈਠ ਕੇ ਪੂਰਾ ਆਨੰਦ ਸਾਹਿਬ ਦਾ ਪਾਠ ਕਰਕੇ, ਪੂਰਾ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰ ਦਿਆ ਕਰਿਓ, ਤੁਹਾਡਾ ਕੰਮ ਹੋ ਜਿਆ ਕਰੂਗਾ। ਕਹੋ ਸਤਨਾਮ ਸ੍ਰੀ। ਫਿਰ ਦੁਬਾਰਾ ਪਾਤਸ਼ਾਹ ਨੇ ਇਹ ਜੁਗਤੀ ਬਖਸ਼ੀ ਉਹਨਾਂ ਨੂੰ, ਇਹ ਬਚਨ ਬਖਸ਼ਿਸ਼ ਕੀਤੇ, ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਇਹ ਮੌੜਾਂ ਵਾਲੇ ਨੂੰ ਜੀ ਤੇ ਪਾਤਸ਼ਾਹ ਨੇ ਕੁਦਰਤੀ ਕਿਰਪਾ ਕੀਤੀ ਸੀ। ਸੋ ਦਸਤਾਰ ਤਿਨੋਂ ਕੋ ਦੀਨ, ਮੂਰ ਕਛੂ ਵਿਚਾਰ ਨ ਕੀਨ। ਨਹਿ ਗੁਰ ਮਹਿਮਾ ਮਨ ਮੇ ਆਏ, ਖਾਲੀ ਰਹੋ ਖੁਸ਼ੀ ਨਾ ਪਾਏ। ਉਹ ਜਿਹੜੀ ਖੁਸ਼ੀ ਲਈ ਸੀ ਉਹ ਇਹਦੇ ਕੋਲੋਂ ਚਲੀ ਗਈ ਆ ਮਰਾਸੀਆਂ ਦੇ ਕੋਲ। ਜਿਵੇਂ ਭਗਤ ਰਵਿਦਾਸ ਜੀ ਨੇ ਇੱਕ ਰਾਜੇ ਤੇ ਬਖਸ਼ਿਸ਼ ਕੀਤੀ, ਰਾਜਾ ਕਹਿੰਦਾ ਜੀ ਅੰਮ੍ਰਿਤ ਦਿਓ। ਉਹਨੇ ਕਿਤੋਂ ਸੁਣਿਆ ਸੀਗਾ ਵੀ ਭਗਤ ਰਵਿਦਾਸ ਕੋਲੇ ਵੀ ਬਖਸ਼ਿਸ਼ ਹੋ ਜਾਂਦੀ ਹੈ। ਉਹ ਕਹਿੰਦੇ ਜੀ ਅੰਮ੍ਰਿਤ, ਕਹਿੰਦੇ ਹਾਂ, ਕਹਿੰਦੇ ਬੋਕਰ ਜੋ ਰੌ ਦੇ ਵਿੱਚ ਆ ਕੇ ਸਹਿ ਸੁਭਾਈ ਭਗਤ ਜੀ ਕਹਿੰਦੇ ਕਰ ਬੁੱਕ। ਉਹਨੇ ਬੁੱਕ ਕੀਤਾ ਤੇ ਭਗਤ ਜੀ ਨੇ ਜੋੜਿਆਂ ਵਾਲੀ ਕੁੰਡੀ ਚੋਂ ਚੂਲੀ ਭਰ ਕੇ ਬੁੱਕ ਚ ਪਾਤੀ, ਕਹਿੰਦੇ ਪੀ ਲਾ। ਉਹ ਆਏ ਪੀਂਦਿਆਂ ਪੀਂਦਿਆਂ ਬਾਹਾਂ 'ਚ ਹੀ ਡੋਲ ਲਿਆ। ਕਹੋ ਸਤਨਾਮ। ਹੁਣ ਜੋੜਿਆਂ ਵਾਲਾ ਪਾਣੀ ਕਿੱਥੋਂ ਪੀਵੇ, ਉਹਦੀ ਨਿਗਾਹ ਜੋੜਿਆਂ ਵਾਲਾ ਪਾਣੀ ਆ, ਲੇਕਿਨ ਭਗਤ ਜੀ ਨੇ ਕਿਰਪਾ ਕਰਕੇ ਦਿੱਤਾ ਸੀ। ਕਹੋ ਸਤਨਾਮ। ਉਹਨੇ ਡੋਲਤਾ। ਹੁਣ ਉਹ ਜੋੜਿਆਂ ਵਾਲਾ ਪਾਣੀ ਲਾਲ ਜਿਹਾ ਸੀਗਾ ਤੇ ਉਹਦੇ ਦਾਗ ਨਾ ਚੋਲੇ ਦੀਆਂ ਬਾਹਾਂ ਨੂੰ ਲੱਗ ਗਏ ਤੇ ਚੋਲਾ ਉਹਨੇ ਧਵਾਉਣ ਵਾਸਤੇ ਭੇਜਤਾ ਭਗਤ ਕਬੀਰ ਸਾਹਿਬ ਜੀ ਦੇ ਘਰ, ਕਿਉਂਕਿ ਭਗਤ ਕਬੀਰ ਜੀ ਜਿਹੜੇ ਆ ਰੰਗ ਲਾਉਂਦੇ ਚੜਾਉਂਦੇ ਵੀ ਆ, ਤਾਣੀ ਦਾ ਕੰਮ ਕਰਦੇ ਆ, ਜੁਲਾਹੇ ਆ। ਭਗਤ ਜੀ ਨੇ ਉਹ ਚੋਲਾ ਫੜਾਤਾ ਆਪਣੀ ਲੜਕੀ ਕਮਾਲੀ ਨੂੰ, ਕਹਿੰਦੇ ਬੇਟਾ ਰਾਜਾ ਸਾਹਿਬ ਦਾ ਚੋਲਾ ਹੈ, ਆਹ ਦਾਗ ਜੇ ਪਤਾ ਨਹੀਂ ਕਾਹਦੇ ਲੱਗੇ ਆ, ਚਾਹ ਦੇ ਆ ਕਿ ਖੂਨ ਦੇ ਆ ਕਿ ਹਲਦੀ ਦੇ ਆ, ਲਾ ਇਹਨਾਂ ਨੂੰ। ਉਹ ਬੇਟੀ ਨੇ ਸਾਰੇ ਤਰ੍ਹਾਂ ਦੇ ਨਾਲ ਲਾਉਣੇ ਕੀਤੇ, ਉਹ ਨਾ ਲੱਥੇ। ਹੁਣ ਸਾਧ ਜੇ ਬੋਲੇ ਸਹਿ ਸੁਭਾਏ, ਸਾਧਕਾ ਬੋਲਿਆ ਬਿਰਥਾ ਨਾ ਜਾਏ। ਹੁਣ ਕਿਤੇ ਤਾਂ ਉਹ ਪਾਵਰ ਜਾਣੀ ਸੀਗੀ, ਰਾਜੇ ਨੇ ਨਹੀਂ ਲਈ, ਉਹਦੇ ਚੋਲੇ ਦੀਆਂ ਬਾਹਾਂ 'ਚ ਅੜ ਗਈ। ਹੁਣ ਬੀਬੀ ਕਮਾਲੀ ਉਹਨਾਂ ਨੂੰ ਲਾਉਣ ਲੱਗੀ, ਉਹਨੇ ਸਾਰੇ ਨੁਕਸੇ ਵਰਤੇ, ਹਲਦੀ ਦੇ ਦਾਗ ਲਾਉਣ ਵਾਲਾ, ਚਾਹ ਦੇ ਦਾਗ ਲਾਉਣ ਵਾਲਾ, ਖੂਨ ਦੇ ਦਾਗ ਲਾਉਣ ਵਾਲਾ, ਉਹ ਨਹੀਂ ਲੱਥਾ। ਫਿਰ ਚੈੱਕ ਕਰਨ ਵਾਸਤੇ ਜੁਲਾਹੇ ਲੋਕ ਕੀ ਕਰਦੇ ਆ, ਜਾਂ ਆਪਾਂ ਵੀ ਸਾਰੇ, ਉਹਨੂੰ ਚੱਬ ਕੇ ਦੰਦਾਂ ਨਾਲ ਜੀਭ ਦਾ ਅਗਲਾ ਹਿੱਸਾ ਲਾਉਣੇ ਆ ਤਾਂ ਟੈਸਟ ਹੋ ਜਾਂਦਾ ਵੀ ਇਹ ਕਾਹਦਾ ਦਾਗ ਹੈ। ਕਹੋ ਸਤਨਾਮ। ਉਹ ਜਿਸ ਵੇਲੇ ਬੀਬੀ ਕਮਾਲੀ ਨੇ ਟੈਸਟ ਕਰਨ ਵਾਸਤੇ ਉਹ ਦਾਗ ਚੱਬਿਆ ਦੰਦਾਂ ਨਾਲ ਪਹਿਲਾਂ, ਤੇ ਫਿਰ ਜਦ ਜੀਭ ਨਾਲ ਉਲਾਇਆ ਤੇ ਉਹ ਦਾਗ ਲੈ ਗਿਆ। ਉਹਨੇ ਸਾਰੇ ਚੱਬ ਕੇ ਹੀ ਲਾਹਤੇ। ਜਦੋਂ ਚੱਬ ਕੇ ਲਾਹਤੇ, ਉਹ ਜਿਹੜੀ ਕਿਰਪਾ ਰਵਿਦਾਸ ਜੀ ਨੇ ਦਿੱਤੀ ਸੀ ਉਹ ਕਮਾਲੀ ਤੇ ਹੋ ਗਈ। ਕਹੋ ਸਤਨਾਮ। ਉਹ ਸਾਰੇ ਦਾਗ ਉਹਨੇ ਚੱਬ ਕੇ ਲਾਹਤੇ, ਪਰ ਅਚਨਚੇਤ ਹੀ ਉਹ ਕਿਰਪਾ ਉੱਧਰੋਂ ਉੱਧਰ ਵਰਤ ਗਈ। ਕੁਝ ਸਮੇਂ ਬਾਅਦ ਰਾਜੇ ਨੂੰ ਪਤਾ ਲੱਗਿਆ ਵੀ ਜਿਹੜੀ ਉਹਦੇ ਰਵਿਦਾਸ ਜੀ ਨੇ ਕਿਰਪਾ ਕੀਤੀ ਸੀਗੀ, ਉਹ ਮੈਂ ਉਹਦੇ ਅੰਮ੍ਰਿਤ ਪੀਤਾ ਨਹੀਂ ਗਾ, ਤੇ ਮੈਂ ਜੁਲਾਹੇ ਕਬੀਰ ਦੇ ਘਰੇ ਭੇਜਿਆ ਸੀ ਚੋਲਾ, ਤੇ ਉਹ ਦਾਗ ਚੱਬ ਕੇ ਲਾਹੇ ਆ ਕਮਾਲੀ ਨੇ, ਤੇ ਉਹ 'ਤੇ ਕਿਰਪਾ ਹੋ ਗਈ, ਚਲੋ ਦੁਬਾਰੇ ਲੈ ਕੇ ਆਈਏ। ਦੁਬਾਰੇ ਆਇਆ, ਮਹਾਰਾਜ ਜੀ ਕਿਰਪਾ ਕਰੋ। ਕਾਹਦੀ ਕਿਰਪਾ? ਮਰਜੀ ਅੰਮ੍ਰਿਤ ਬਖਸ਼ੋ। ਕਿਹੜਾ ਅੰਮ੍ਰਿਤ? ਉਹ ਜਿਹੜਾ ਉਹਦੇ ਜਲ ਬਖਸ਼ਿਆ ਸੀ। ਕਹਿੰਦੇ ਉਹ ਜਲ ਤੋਂ ਗਏ ਮੁਲਤਾਨ, ਕਿਉਂਕਿ ਜਿਹੜੀ ਕਮਾਲੀ ਸੀ ਉਹ ਵਿਆਹ ਕੇ ਮੁਲਤਾਨ ਚਲੀ ਗਈ। ਕਹੋ ਸਤਨਾਮ। ਉਹ ਜਲ ਤੋਂ ਗਏ ਮੁਲਤਾਨ, ਇਸ ਕਰਕੇ ਕਿਰਪਾ ਇੱਕ ਵਾਰੀ ਹੋਇਆ ਕਰਦੀ ਹੈ, ਜੇ ਕਿਤੇ ਸਾਂਭੀ ਜਾਵੇ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਨਹਿ ਗੁਰ ਮਹਿਮਾ ਮਨ ਮੈਂ ਆਏ, ਖਾਲੀ ਰਹਿਓ ਖੁਸ਼ੀ ਕੋ ਪਾਏ। ਖੁਸ਼ੀ ਪ੍ਰਾਪਤ ਕਰਕੇ ਵੀ ਇਹ ਖਾਲੀ ਰਹਿ ਗਿਆ ਹੈ ਜੀ। ਭਾਈ ਭਗਤੂ ਕਾ ਇੱਕ ਪੋਤਾ, ਦਿਆਲ ਦਾਸ ਜਿਨ ਮਾਂ ਅਦੋਤਾ। ਫਿਰ ਅੱਗੇ ਚੱਲੀਏ। ਇਹ ਸਾਖੀ ਪੂਰੀ ਹੋਈ, ਅਗਲੀ ਸਾਖੀ ਆਰੰਭ ਹੁੰਦੀ ਹੈ। ਭਾਈ ਭਗਤੂ ਜੀ ਸਾਰੇ ਜਾਣਦੇ ਆ ਆਪਾਂ, ਉਹ ਮਸ਼ਹੂਰ ਹੈ ਭੂਤਾਂ ਵਾਲੇ ਖੂਹ ਕਰਕੇ। ਕਹੋ ਸਤਨਾਮ ਸ੍ਰੀ। ਇਹਨਾਂ ਦੇ ਕੋਲੇ ਸਤਿਗੁਰੂ ਤੀਜੇ ਪਾਤਸ਼ਾਹ ਜੀ ਨੇ ਤੇ ਪੰਜਵੇਂ ਪਾਤਸ਼ਾਹ ਜੀ ਨੇ ਇਹ ਜਿਹੜੀਆਂ ਗੁਪਤ ਰੂਹਾਂ ਇਹ ਇਹਨਾਂ ਦੇ ਵਸ ਕੀਤੀਆਂ ਸੀਗੀਆਂ ਵੱਡਿਆਂ ਦੇ, ਉਹ ਫਿਰ ਇਹਨਾਂ ਦੀ ਵੰਸ਼ ਵਿੱਚ ਆ ਰਹੀਆਂ ਸੀ। ਤੇ ਭਾਈ ਭਗਤੂ ਦਾ ਪੋਤਰਾ ਦਿਆਲ ਦਾਸ, ਜਿਸ ਦਾ ਨਾਮ ਸੀ ਜੀ, ਉੱਚੋ ਗ੍ਰਾਮ ਵਿਖੀਤੀ ਗਈ ਹੋ, ਗੁਰ ਦਰਸ਼ਨ ਕਰਨ ਰਮੀ ਪਿਓ। ਇਹ ਦਿਆਲ ਦਾਸ ਭਗਤੂ ਦਾ ਪੋਤਾ ਜਿਹੜਾ ਹੈ ਭੁੱਚੋ ਰਹਿੰਦਾ ਸੀਗਾ।
ਇਹ ਭੁੱਚੋ ਤੋਂ ਇੱਕ ਦਿਨ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਦਮਦਮਾ ਸਾਹਿਬ ਤਲਵੰਡੀ ਆਉਂਦਾ ਹੈ। ਉੱਚ ਕਰਾਇਤ ਪਨ ਭੇਟ ਚੜਾਹੀ, ਬੈਠਿਓ ਸ਼੍ਰੀ ਪ੍ਰਭ ਦ੍ਰਿਸ਼ਟ ਚਲਾਈ। ਔਰ ਆ ਕੇ ਸਤਿਗੁਰਾਂ ਦੇ ਸਾਹਮਣੇ ਧਿਆਨ ਦਿਓ, ਕੁਝ ਚਾਂਦੀ ਦੇ ਰੁਪਈਏ ਮੱਥਾ ਟੇਕਦਾ ਹੈ। ਸਤਿਗੁਰ ਜੀ ਦਿਆਲਦਾਸ ਤੇ ਆਪਣੀ ਦ੍ਰਿਸ਼ਟੀ ਪਾ ਕੇ ਕੀ ਕਹਿੰਦੇ? ਸ਼੍ਰੀ ਮੁਖ ਤੇ ਫਰਮਾਨ ਬਖਾਨਾ, ਦਿਆਲ ਸਿੰਘ ਅਬ ਕਰੋ ਪਰਮਾਨਾ। ਔਰ ਪਾਤਸ਼ਾਹ ਜੀ ਉਸ ਨੂੰ ਵੇਖ ਕਰਕੇ ਪੁੱਛਿਆ ਵੀ ਕੌਣ? ਕਹਿੰਦੇ ਜੀ ਭਗਤੂ ਦਾ ਪੋਤਰਾ ਦਿਆਲ ਸਿੰਘ। ਅੱਛਾ ਚੰਗਾ, ਫਿਰ ਹੁਣ ਤੂੰ ਆਏ ਕਰ, ਪਰਮੇਸ਼ਰ ਦਾ ਸ਼ੁਭ ਨਾਮ ਮੰਨਣਾ ਕਰ। ਖੰਡੇ ਕੀ ਪਹਲ ਸ਼ੁਭ ਧਾਰੋ, ਬਨੋ ਖਾਲਸਾ ਭਰਮ ਨਿਵਾਰੋ। ਐ ਕਰ ਹੁਣ ਤੂੰ ਖੰਡੇ ਦੀ ਪਹੁਲ ਲੈ ਲੈ, ਅੰਮ੍ਰਿਤ ਛਕ ਲੈ, ਕਿਉਂਕਿ ਬੇਸ਼ੱਕ ਤੁਹਾਡੇ ਪੁਰਾਤਨ ਬਜ਼ੁਰਗ ਸਿੱਖ ਬਣਦੇ ਆ ਰਹੇ ਨੇ, ਤੂੰ ਵੀ ਸਾਡਾ ਸਿੱਖ ਹੈ ਪੁਰਾਣਾ। ਇਹ ਭਾਈ ਦਿਆਲਦਾਸ ਮਸੰਦ ਵੀ ਸੀਗਾ। ਮਸੰਦਾਂ ਦਾ ਕੰਮ ਹੁੰਦਾ ਸੀਗਾ ਸੰਗਤਾਂ ਨੂੰ ਪ੍ਰੇਰ ਕੇ ਗੁਰੂ ਨਾਲ ਜੋੜਨਾ, ਔਰ ਜਿਹੜਾ ਉਹਨਾਂ ਨੇ ਦਸਵਾਂ ਦਸੌਂਦ ਭੇਟ ਦੇਣੀ ਆ, ਜੇ ਆਪ ਨਹੀਂ ਪਹੁੰਚਿਆ ਜਾਂਦਾ ਤੇ ਮਸੰਦ ਇਕੱਠੀ ਕਰਕੇ ਲਿਆ ਕੇ ਜਮ੍ਹਾਂ ਕਰਾਉਂਦੇ ਸੀ। ਇਹ ਦਿਆਲਦਾਸ ਮਸੰਦ ਵੀ ਸੀਗਾ। ਪਾਤਸ਼ਾਹ ਕਹਿੰਦੇ ਐ ਕਰ ਦਿਆਲਦਾਸ, ਹੁਣ ਤੂੰ ਨਾ ਦਿਆਲ ਸਿੰਘ ਬਣ ਜਾ, ਗੁਰੂ ਕੀ ਦਾਤ ਅਮਰ ਦੀ ਦਾਤ ਲੈ ਕੇ ਜੀ। ਕੇਸ਼ ਕਾਚ ਕੀ ਰਹਿਤਰ ਕੀਜੈ, ਮੀਨ ਮਸੰਦ ਮੇਲ ਨਹਿ ਕੀਜੈ। ਔਰ ਅੱਜ ਤੋਂ ਬਾਅਦ ਮੀਨਿਆਂ ਮਸੰਦਿਆਂ ਦੀ ਸੰਗਤ ਛੱਡ ਦੇ, ਕੇਸ ਰੱਖ ਲੈ, ਕਸ਼ਹਿਰਾ ਪਹਿਨ ਲੈ, ਭਾਵ ਅਮਰ ਦੀ ਦਾਤ ਪ੍ਰਾਪਤ ਕਰ ਲੈ, ਪੰਜ ਕਕਾਰੀ ਹੋ ਜਾ। ਸ਼ਸਤਰਨ ਕੋ ਨਿਸ ਦਿਨ ਤਨ ਧਰੀ ਹੈ, ਫਤਿਹ ਗੁਰੂ ਜੀ ਕੀ ਸੋਚਰੀ ਹੈ। ਔਰ ਹਮੇਸ਼ਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਇਆ ਕਰ, ਔਰ ਗਾਤਰੇ ਸ਼ਾਸਤਰ ਭਾਵ ਤਲਵਾਰ ਧਾਰਿਆ ਕਰ। ਸੁਨ ਕੇ ਕੰਮ ਦਲ ਹੋਇ ਉਚਾਰੀ, ਸਿੱਖੀ ਹਮੋ ਕਦੀਮੀ ਧਾਰੀ। ਪਰ ਨਾਨਕ ਦੀਆਂ ਗੁੱਝੀਆਂ ਰਮਜਾਂ ਨੂੰ ਬੇਸਮਝ ਮਾਨਾ ਕੀ ਜਾਣੇ। ਇਹ ਕੰਮ ਦਿਲ ਛੋਟੇ ਦਿਲ ਵਾਲਾ ਅੱਗੋਂ ਕਹਿੰਦਾ ਮਹਾਰਾਜ ਅਸੀਂ ਤਾਂ ਲੰਮੇ ਸਮੇਂ ਤੋਂ ਤੁਹਾਡੇ ਸਿੱਖ ਹਾਂ। ਪਿਤਾ ਪਿਤਾਮਾ ਗੁਰ ਕਰ ਕੇਰੇ, ਜੈ ਕੈ ਬਿਦਤੇ ਜਗਤ ਬਡੇਰੇ। ਸਾਡੇ ਤਾਂ ਦਾਦੇ ਪੜਦਾਦੇ ਤੁਹਾਡੇ ਸਿੱਖ ਬਣਦੇ ਆ ਰਹੇ ਹਨ। ਅਬ ਮੈਂ ਨਈ ਰੀਤ ਕਿਆ ਧਾਰੋ, ਨਿਜ ਬੜੀਆਂ ਕੋ ਪੰਥ ਸੰਭਾਰੋ। ਮੈਂ ਆਪਣੇ ਵੱਡਿਆਂ ਦੇ ਹੀ ਰਸਤੇ ਤੇ ਚੱਲ ਰਿਹਾ ਮਹਾਰਾਜ, ਇਹ ਨਵੀਂ ਰੀਤ ਖੰਡੇ ਪਾਟੇ ਦੀ ਪਹੁਲ ਦਾ ਕਿਆ ਲੈਣਾ। ਸਭ ਗੁਰ ਖੁਸ਼ੀ ਕਰਤ ਹੀ ਰਹਿ, ਦਸ ਕਦੀਮੀ ਆਪਣੇ ਲਹੇ। ਤੁਹਾਡੇ ਤੋਂ ਪਹਿਲਾਂ ਸਾਰੇ ਗੁਰੂ ਸਾਡੇ ਤੇ ਬੜੀ ਕਿਰਪਾ ਕਰਦੇ ਰਹੇ ਨੇ, ਔਰ ਸਾਨੂੰ ਆਪਣਾ ਸਿੱਖ ਸਮਝਦੇ ਹਨ। ਭਾਈ ਆਰ ਬਲ ਅਬੇ ਬਡੇਰੀ, ਪਹੁਲ ਲੈਨ ਨਾ ਉਚਤਾ ਮੇਰੀ। ਤੇ ਬੁੜਾ ਹੋ ਕੇ ਕਿਹੜਾ ਅੰਮ੍ਰਿਤ ਛਕਿਆ ਨਹੀਂ ਜਾਂਦਾ। ਅੱਜ ਵੀ ਜੇ ਕਿਸੇ ਨੂੰ ਕਹੀਏ ਨਾ, ਜੇ ਤਾਂ ਛੋਟੇ ਨੂੰ ਕਹੀਏ ਚਲੋ ਬਚਪਨ ਵਿੱਚ ਤਾਂ ਸਮਝ ਨਹੀਂ, ਜੇ ਜਵਾਨ ਨੂੰ ਕਹੀਏ ਬਾਬਾ ਹਜੇ ਖਾਣ ਪੀਣ ਦਾ ਟਾਈਮ ਹੈ, ਜੀ ਅੰਮ੍ਰਿਤ ਨੂੰ ਕੀ ਆ, ਕਹੋ ਸਤਨਾਮ। ਤੇ ਜੇ ਥੋੜਾ ਸਿਆਣੀ ਉਮਰ 'ਚ ਵਿਆਹ ਹੋਣ ਤੋਂ ਬਾਅਦ ਕਹਿ ਦੀ ਵੀ ਹੁਣ ਤਾਂ ਛਕ ਲਓ ਅੰਮ੍ਰਿਤ ਦੋਨੇ ਜਣੇ, ਨਾ ਨਾ ਬਾਬਾ ਜਵਾਕ ਜੱਲੇ ਵੀ ਸੈੱਟ ਕਰਨੇ ਆ, ਵੀ ਜਵਾਕ ਜੱਲਿਆਂ 'ਚ ਅੰਮ੍ਰਿਤ ਅੜਦਾ ਕਿਤੇ, ਕਹੋ ਸਤਨਾਮ। ਉਹ ਵੀ ਟਾਈਮ ਟਪਾ ਦਿੰਦੇ ਆ ਤੇ ਫਿਰ ਹੋ ਜਾਂਦੀ ਆ ਬੁਢਾਪਾ। ਤੇ ਬੁਢਾਪੇ 'ਚ ਕਹੀਏ ਲੈ ਬਾਪੂ ਤੂੰ ਤਾਂ ਛਕ ਲੈ ਅੰਮ੍ਰਿਤ, ਹੁਣ ਤਾਂ ਕੰਮ ਨਿਬੜ ਗਿਆ ਸਾਰਾ। ਉਹ ਪੁੱਤ ਹੁਣ ਗਾਂਹ ਜਾ ਕੇ ਛਕਾਂਗੇ, ਤੇ ਗਾਂਹ ਤਪਦਾ ਕੜਾਹਾ ਰੱਖਿਆ ਹੋਇਆ, ਉੱਥੇ ਅੰਮ੍ਰਿਤ ਨਹੀਂ ਮਿਲਣਾ, ਅੰਮ੍ਰਿਤ ਇੱਥੇ ਹੀ ਮਿਲਣਾ ਜਿੱਥੇ ਬੈਠੇ ਆ, ਕਹੋ ਸਤਨਾਮ, ਇੱਥੇ ਹੀ ਮਿਲਣਾ। ਇਸ ਕਰਕੇ ਇਹ ਦਿਆਲਦਾਸ ਵੀ ਇਹੀ ਗੱਲ ਕਹਿੰਦਾ, ਨਾਲੇ ਬਾਬਾ ਜੀ ਵੱਡੀ ਉਮਰ ਹੋ ਗਈ ਆ, ਹੁਣ ਆਪਾਂ ਅੰਮ੍ਰਿਤ ਦਾ ਕੀ ਕਰਨਾ। ਸ਼੍ਰੀ ਮੁਖ ਤੇ ਕੈ ਪੁਨ ਸਮਝਾਇਓ, ਹਮਨੇ ਉੱਤਮ ਪੰਥ ਚਲਾਇਓ। ਬਾਦਸ਼ਾਹ ਕਹਿੰਦੇ ਨਹੀਂ ਦਿਆਲਦਾਸ ਸਿਆਣਾ ਬਣ, ਅਸੀਂ ਜਿਹੜਾ ਪੰਥ ਚਲਾਇਆ ਨਾ ਉੱਤਮ ਪੰਥ ਖਾਲਸਾ ਪੰਥ। ਲੋਕ ਪਰ ਲੋਕ ਵਿਖੇ ਸੁਖਦਾਇਕ, ਰਾਜ ਤੇਜੁਤ ਹੈ ਵਰਿ ਪਕਾਇਕ। ਸਾਡਾ ਜਿਹੜਾ ਪੰਥ ਹੈ ਨਾ ਲੋਕਾਂ ਪਰਲੋਕਾਂ ਦੇ ਵਿੱਚ ਵੀ ਸੁਖਦਾਇਕ ਹੈ, ਸੁਖ ਦੇਣ ਵਾਲਾ ਹੈ, ਰਾਜ ਤੇਜ ਪ੍ਰਤਾਪ ਇਹਦੇ ਨਾਲ ਵੱਧ ਜਾਂਦਾ ਹੈ। ਤੇ ਦੁਸ਼ਮਣ ਘਾਤਕ ਦੁਸ਼ਮਣਾਂ ਦਾ ਖਾਤਮਾ ਹੋ ਜਾਂਦਾ, ਕਿਉਂਕਿ ਦੁਸ਼ਮਣ ਅੰਦਰ ਵੀ ਹੈ ਤੇ ਦੁਸ਼ਮਣ ਬਾਹਰ ਵੀ ਹੈ। ਜਦ ਗੁਰੂ ਵਾਲੇ ਬਣ ਕੇ ਸਿਮਰਨ ਕਰਾਂਗੇ ਤੇ ਅੰਜਲੇ ਪੰਜ ਵੈਰੀ ਵੀ ਮਾਰੇ ਜਾਣਗੇ। ਬੱਧੇ ਪੰਜ ਮਹਾਬਲੀ ਕਰ ਸੱਚਾ ਢੋਆ, ਆਪਣੇ ਚਰਨ ਜਪਾਈਆਂ ਵਿੱਚ ਦਇਆ ਖੜੋਆ, ਰੋਗ ਸੁਗ ਸਭ ਮਿਟ ਗਏ ਨਿਤ ਨਵਾਂ ਨਰੋਆ। ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਆ। ਤੋ ਇਹ ਬਸੰਤ ਕੀ ਵਾਰ ਦੇ ਵਿੱਚ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੇ ਹਨ ਬਚਨ। ਸਤਿਗੁਰੂ ਕਹਿੰਦੇ ਦੁਸ਼ਮਣ ਜਿਹੜੇ ਹਨ ਉਹ ਖਤਮ ਹੋ ਜਾਂਦੇ ਹਨ। ਇਸ ਜਹਾਜ਼ ਪਰ ਚੜੇ ਜੁਆਏ, ਕੀਟੀ ਤੇ ਗਿਆੰਦ ਬਨ ਜਾਏ। ਦਿਆਲ ਦਾ ਜਿਹੜਾ ਸਾਡੇ ਇਹ ਵਾਹਿਗੁਰੂ ਨਾਮ ਦੇ ਜਹਾਜ਼ੇ ਚੜ ਜਾਵੇਗਾ, ਖਾਲਸਾ ਪੰਥ ਵਿੱਚ ਪ੍ਰਵੇਸ਼ ਕਰ ਜਾਵੇਗਾ, ਉਹ ਕੀੜੀ ਤੋਂ ਹਾਥੀ ਬਣ ਜਾਂਦਾ, ਭਾਵ
ਸ਼ਕਤੀਆਂ ਦਾ ਮਾਲਕ ਹੋ ਜਾਂਦਾ ਹੈ। ਜੇ ਸਿਆਲ ਸਮ ਸਭ ਤੇ ਡਰੈ ਬਣੇ ਸਿੰਘ ਸਿੰਘ ਨਾਮ ਸੋ ਧਰੈ। ਅੰਮ੍ਰਿਤ ਛਕ ਕੇ ਨਾ ਜਿਹੜੇ ਡਰਦੇ ਹਨ ਗਿੱਦੜਾਂ ਦੀ ਨਿਆਈ, ਉਹ ਸ਼ੇਰਾਂ ਦੀ ਨਿਆਈ ਤਕੜੇ ਹੋ ਜਾਂਦੀ ਹੈ, ਫਿਰ ਡਰਦੇ ਨਹੀਂ ਕਿਸੇ ਤੋਂ। ਤੇ ਪਾਤਸ਼ਾਹ ਜੀ ਨੇ ਵਾਕਿਆ ਹੀ ਇਹ ਬਚਨ ਕੀਤਾ ਸੀ ਭਾਈ ਜੈਤਾ ਜੀ ਨਾਲ। ਜਦ ਪੁੱਛਿਆ ਜੈਤਿਆ ਉੱਥੇ ਕਿੰਨੇ ਕੁ ਸਿੱਖ ਸੰਗਤ ਸੀਗੀ ਦਿੱਲੀ ਵਿੱਚ ਜਿਸ ਵੇਲੇ ਸ਼ਹੀਦੀ ਹੋਈ ਤੇ ਤੂੰ ਸੀਸ ਚੱਕਿਆ? ਕਹਿੰਦਾ ਜੀ ਸਿੱਖ ਤਾਂ ਬਹੁਤ ਸੀ, ਪਰ ਸਾਰੇ ਹੀ ਮਨੁੱਕਰ ਹੋ ਗਏ ਡਰਦੇ ਹੋਏ, ਉਹਨਾਂ ਦੀ ਪਛਾਣ ਕੋਈ ਨਹੀਂ ਸੀ। ਤੇ ਬਾਬਾ ਜੀ ਕਹਿੰਦੇ ਅੱਛਾ ਫਿਰ ਐਸੀ ਪਛਾਣ ਬਣਾਉਂਗਾ ਇਹ ਲੱਖਾਂ ਦੇ ਵਿੱਚ ਵੀ ਖੜਾ ਮੇਰਾ ਸਿੱਖ ਪਛਾਣਿਆ ਜਾਊਗਾ। 1.25 ਲੱਖ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਲੱਖਾਂ ਦੇ ਵਿੱਚ ਕੱਲਾ ਵੀ ਖੜਾ ਹੋਵੇਗਾ ਤੇ ਪਤਾ ਲੱਗੇਗਾ ਇਹ ਗੁਰੂ ਗੋਬਿੰਦ ਸਿੰਘ ਦਾ ਸਿੰਘ ਹੈ, ਸਿੱਖ ਹੈ। ਕਹੋ ਸਤਨਾਮ। ਪਤਾ ਲੱਗਦਾ ਸਾਡੀ ਅਲੱਗਾ ਹੀ ਪਛਾਣ ਸਤਿਗੁਰ ਨੇ ਬਖਸ਼ਿਸ਼ ਕੀਤੀ ਆ। ਖੈਰ ਮਨੋਬਿਰਤੀਆਂ ਉੱਥੇ ਰੱਖੀਏ ਤਾਂ ਦਿਆਲ ਦਾਸ ਨੂੰ ਕਹਿੰਦੇ ਜੇ ਕੋਈ ਅੰਮ੍ਰਿਤ ਛਕ ਲਵੇ, ਸ਼ਸਤਰ ਧਾਰੀ ਹੋ ਜਾਵੇ ਤੇ ਉਹ ਗਿੱਦੜ ਤੋਂ ਸ਼ੇਰ ਬਣ ਜਾਂਦਾ ਤੇ ਨਾਲ ਮੈਂ ਨਾਮ ਵੀ ਸਿੰਘ ਦੇ ਦਿੰਦਾ ਹਾਂ। ਯਾਤੇ ਤੋ ਪੀ ਧਾਰਨ ਕਰੀ ਹੈ ਰੀਤ ਮਸੰਦੀ ਨਾਹਨ ਧਰੀ ਹੈ। ਅੱਜ ਤੋਂ ਬਾਅਦ ਇਹ ਮਸੰਦਪੁਣਾ ਛੱਡ ਦੇ, ਮੈਂ ਮਸੰਦਪੁਣਾ ਬੰਦ ਕਰ ਦਿੱਤਾ ਹੈ। ਭਾ ਮਸੰਦਾਂ ਦਾ ਕੰਮ ਸੀਗਾ ਸੰਗਤਾਂ ਤੋਂ ਸੌਂਦ ਇਕੱਠਾ ਕਰਕੇ ਲਿਆਉਣਾ, ਪਰ ਕਈ ਮਸੰਦ ਉਹਦੇ ਵਿੱਚੋਂ ਕੁੰਡੀ ਲਾਉਣ ਲੱਗ ਪਏ ਸੀਗੇ, ਉਹਦੇ ਵਿੱਚੋਂ ਅੱਧੇ ਪੈਸੇ ਆਪਦੇ ਘਰੇ ਖਾ ਲੈਂਦੇ। ਤੇ ਜਿਹੜਾ ਇਹ ਚੜਾਵੇ ਦਾ ਪੈਸਾ ਖਾਧਾ ਜਾਵੇ ਨਾ, ਲੰਗਰ ਦੀਆਂ ਰੋਟੀਆਂ ਤਿੰਨੇ ਕੰਮ ਕਰੇਨ, ਮੱਤ ਮਾਰਨ ਹੱਡ ਭੰਨਣ, ਕੰਮ ਕਰਨ ਨਾ ਦੇਣ, ਬੰਦੇ ਨੂੰ ਆਲਸੀ ਬਣਾ ਦਿੰਦੀਆਂ। ਕਹੋ ਸਤਨਾਮ। ਇਸ ਕਰਕੇ ਇਹ ਜਿਹੜਾ ਚੜਾਵੇ ਦਾ ਪੈਸਾ ਹੈ ਉਹ ਮਸੰਦ ਲੋਕ ਖਾਣ ਲੱਗ ਪਏ ਸੀ, ਉਹਨਾਂ ਦੀ ਮੱਤ ਮਾਰੀ ਗਈ ਸੀ। ਅਸਲ ਵਿੱਚ ਉਹ ਚੜਾਵੇ ਦੇ ਪੈਸੇ ਨੂੰ ਆਪਣੀ ਤਨਖਾਹ ਸਮਝਣ ਲੱਗ ਪਏ ਸੀ। ਕਹੋ ਸਤਨਾਮ। ਲੇਕਿਨ ਪਾਤਸ਼ਾਹ ਕਹਿੰਦੇ ਇਹ ਪੈਸਾ ਨਹੀਂ ਖਾਣਾ, ਇਹ ਸਾਂਝੇ ਕੰਮਾਂ 'ਤੇ ਲਾਇਆ ਜਾ ਸਕਦਾ। ਜਿਸ ਵੇਲੇ ਮਾਤਾ ਗੁਜਰੀ ਜੀ ਨੇ ਕਿਹਾ ਪਾਤਸ਼ਾਹ ਜੀ ਨੂੰ, ਪੁੱਤਰ ਆ ਤੇਰੇ ਸਿੱਖਾਂ ਦੇ ਵਿੱਚ ਇੰਨੀ ਗਰੀਬੀ ਹੈ, ਇਹ ਤੇਰੇ ਕੋਲੇ ਇੰਨੀ ਮਾਇਆ ਪਈ ਆ, ਇਹ ਸਾਰੀ ਸਿੱਖਾਂ ਨੂੰ ਵੰਡ ਦੇ, ਘਰੇ ਬੱਚਿਆਂ ਨੂੰ ਦੇ ਦੇਣਗੇ। ਤੇ ਪਾਤਸ਼ਾਹ ਕਹਿੰਦੇ ਮਾਤਾ ਜੀ ਥੋੜ੍ਹਾ ਜ਼ਹਿਰ ਲਿਆ ਕੇ ਦਿਓ ਮੈਨੂੰ। ਕਹਿੰਦੇ ਕਿਉਂ, ਜ਼ਹਿਰ ਤੂੰ ਕੀ ਕਰਨਾ? ਕਹਿੰਦੇ ਮੈਂ ਖਾਊਂਗਾ। ਕਹਿੰਦੇ ਨਾ ਪੁੱਤ ਮਰਨਾ ਜ਼ਹਿਰ ਖਾ ਕੇ। ਕਹਿੰਦੇ ਫਿਰ ਮਾਇਆ ਜ਼ਹਿਰ ਹੈ ਇਹ ਚੜਾਵੇ ਦਾ, ਇਹ ਜਨਤਾ ਦੀਆਂ ਚਿੱਠੀਆਂ, ਇਹ ਜ਼ਹਿਰ ਹੈ ਜਿਹੜਾ ਕੋਈ ਕੱਲਾ ਖਾਊਗਾ। ਇਹ ਤਾਂ ਸਾਂਝੇ ਥਾਂ 'ਤੇ ਲਾਉਣ ਵਾਸਤੇ ਬਣੀ ਹੈ, ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ, ਗਰੀਬਾਂ ਦੇ ਵਾਸਤੇ, ਲੰਗਰ ਚਲਾਉਣ ਵਾਸਤੇ, ਸਾਂਝੇ ਕਾਰਜਾਂ ਵਾਸਤੇ ਮਾਇਆ ਬਣੀ ਹੈ। ਜਦੋਂ ਕੋਈ ਇਸ ਨੂੰ ਕੁੰਡੀ ਲਾ ਕੇ ਮਾਇਆ ਨੂੰ ਕੱਲਾ ਖਾਵੇਗਾ, ਉਹਦੀਆਂ ਕੁੱਲਾਂ ਦਾ ਨਾਸ਼ ਹੋ ਜਾਵੇਗਾ। ਕਹੋ ਸਤਨਾਮ। ਮੈਂ ਆਪਣੇ ਸਿੱਖਾਂ ਨੂੰ ਇਹ ਚੜਾਵਾ ਨਹੀਂ ਦੇਣਾ। ਤੇ ਸਤਿਗੁਰਾਂ ਨੇ 18 ਅਰਬ ਮਾਇਆ, ਹੀਰੇ ਜਵਾਹਰਾਤ, ਸੋਨਾ ਚਾਂਦੀ ਸਤਲੁਜ ਦੇ ਕਿਨਾਰੇ ਇੱਕ ਵੱਡਾ ਟੋਹਾ ਪੱਟ ਕੇ ਉਹਦੇ ਵਿੱਚ ਦੱਬ ਦਿੱਤੀ ਸੀ। ਕਹੋ ਸਤਨਾਮ। ਲੇਕਿਨ ਸਿੱਖਾਂ ਨੂੰ ਨਹੀਂ ਸੀ ਦਿੱਤੀ। ਇਸ ਕਰਕੇ ਮਨੋਬਿਰਤੀਆਂ ਉੱਥੇ ਰੱਖੀਏ। ਪਾਤਸ਼ਾਹ ਇੱਥੇ ਦਿਆਲ ਦਾਸ ਨੂੰ ਕਹਿੰਦੇ ਆ, ਦਿਆਲ ਦਾਸ ਮਸੰਦ ਪੁਣਾ ਛੱਡ ਦੇ, ਹੁਣ ਮਸੰਦਾਂ ਵਾਲਾ ਕੰਮ ਬੰਦ ਕਰ ਦਿਓ ਜੀ। ਸੁਨ ਪੁਨ ਬਚਨ ਹਟਾਵਨ ਕੀਨਾ ਗੁਰੂ ਬਾਕ ਪਰ ਨਾਹਿਨ ਪਤੀਨਾ। ਔਰ ਜਦ ਪਾਤਸ਼ਾਹ ਨੇ ਤੀਜੀ ਵਾਰ ਵੀ ਸਮਝਾਇਆ, ਕਹਿੰਦਾ ਨਹੀਂ ਜੀ ਮੈਂ ਤਾਂ ਇਦਾਂ ਹੀ ਠੀਕ ਹਾਂ, ਗੁਰੂ ਦੇ ਬਚਨਾਂ ਤੇ ਭਰੋਸਾ ਨਹੀਂ ਕੀਤਾ ਜੀ। ਆਪ ਤੋ ਕਿਰਪਾ ਕਰੋ ਰੈਸੇ ਪਿਤਾ ਪਿਤਾਮਾ ਹਮਰੇ ਜੈਸੇ। ਬਾਜੀ ਕਿਰਪਾ ਕਰੋ ਜਿਵੇਂ ਸਾਡੇ ਦਾਦੇ ਪੜਦਾਦੇ ਰਹੇ, ਤੁਹਾਡੀ ਸਿੱਖੀ ਧਾਰਨ ਕਰਕੇ ਮੈਨੂੰ ਵੀ ਏਦਾਂ ਹੀ ਨਿਭ ਜਾਵੇ। ਸੁਣ ਕਰ ਗੁਰ ਸ਼ਰਾਪ ਤਬ ਦੀਨਾ ਬਾਰ ਬਾਰ ਬਚ ਬਾਰਨ ਕੀਨਾ। ਫਿਰ ਸਤਿਗੁਰਾਂ ਦੇ ਮੁਖ ਚੋਂ ਬਚਨ ਨਿਕਲਿਆ, ਕਹਿੰਦੇ ਤੂੰ ਇਹ ਬਾਰ ਬਾਰ ਸਾਡਾ ਬਚਨ ਮੋੜ ਦਿੱਤਾ ਹੈ, ਤੀਜੀ ਵਾਰ ਫਿਰ ਜਵਾਬ ਦੇ ਦਿੱਤਾ ਹੈ। ਤੇ ਨੈ ਪੌਲ ਤਲਈ ਅਪਰ ਬੁੱਧ ਹਟ ਤੇ ਦਿੜਕਈ। ਔਰ ਤੂੰ ਸਾਡੇ ਕੋਲੋਂ ਪੌਲ ਪ੍ਰਾਪਤ ਨਹੀਂ ਕੀਤੀ, ਆਪਣੀ ਮਨ ਮਤ ਤਿਆਗ ਕੇ ਜਿੱਦ ਕੀਤੀ ਹੈ। ਮੇਲੇ ਨੀਵ ਜਬੇ ਹਮਾਰੇ ਤਿਨ ਕੇ ਕਰ ਹੈ ਅੰਗੀਕਾਰੇ। ਅਸੀਂ ਤੈਨੂੰ ਆਪਣੇ ਹੱਥੀਂ ਅੰਮ੍ਰਿਤ ਛਕਾਉਣਾ ਸੀ, ਪਰ ਤੂੰ ਆਉਣ ਵਾਲੇ ਸਮੇਂ ਵਿੱਚ ਸਾਡੇ ਸਿੱਖਾਂ ਤੋਂ ਅੰਮ੍ਰਿਤ ਮੰਗੇਗਾ। ਸੁਣ ਕਰ ਦਿਆਲ ਦਾਸ ਪਾਵਨਾ ਕੇਤਕ ਚਿਰ ਮੈਂ ਗਮਣਿ ਪਾਉਣਾ। ਔਰ ਦਿਆਲ ਦਾਸ ਦਾ ਇਹ ਮਿਲਣਾ ਖਰਾਬ ਜਾ ਹੋ ਗਿਆ, ਕਿਉਂਕਿ ਗੁਰੂ ਸਾਹਿਬ ਦੇ ਨਾਲ ਬਚਨ ਬੁਲਾਸੇ ਐਸੇ ਹੋ ਗਏ। ਗੁਰੂ ਸਾਹਿਬ ਨੇ ਕਹਿਤਾ ਅੱਜ ਸਾਥੋਂ ਤੂੰ ਅੰਮ੍ਰਿਤ ਨਹੀਂ ਲਿਆ ਨਾ, ਕੱਲ੍ਹ ਨੂੰ ਸਾਡੇ ਨੀਵੀਂ ਜਾਤ ਵਾਲੇ ਵੀ ਜਿਹੜੇ ਸਿੰਘ ਅੰਮ੍ਰਿਤ ਛਕ ਕੇ ਸਾਡੇ ਸਿੰਘ ਸਜਣਗੇ, ਤੂੰ ਉਹਨਾਂ ਤੋਂ ਅੰਮ੍ਰਿਤ ਲਏਗਾ। ਭਾਵ ਕਹਿਣ ਤੋਂ ਹੈ ਕਿ ਤੂੰ ਸਾਡੇ ਸਿੰਘਾਂ ਤੋਂ ਜਿਹੜੇ ਨੀਵੀਆਂ ਉੱਚੀਆਂ ਜਾਤਾਂ ਪਾਤਸ਼ਾਹ ਅੰਮ੍ਰਿਤ ਛਕਾ ਕੇ ਖਤਮ ਕਰ ਦਿੰਦੇ ਆ,
ਤੂੰ ਉਹਨਾਂ ਤੋਂ ਅੰਮ੍ਰਿਤ ਮੰਗੇਗਾ। ਅੱਜ ਮੈਂ ਤੈਨੂੰ ਆਪ ਦਿੰਦਾ ਸੀ ਖੁਸ਼ੀ ਵਿੱਚ ਆ ਕੇ, ਪਰ ਤੂੰ ਲਿਆ ਨਹੀਂ। ਪਛਾਤਾਪ ਕਰਤ ਚਲ ਗਿਓ, ਗੁਰ ਕੇ ਸੰਗ ਬਿਰਸ ਬੋਪਿਓ। ਅੱਜ ਬੇਰਸੀ ਜੀ ਹੋ ਗਈ, ਪਹਿਲੀ ਵਾਰੀ ਮਿਲਣ ਆਇਆ, ਪਹਿਲੀ ਵਾਰੀ ਬੇਰਸੀ ਜੀ ਹੋ ਗਈ। ਪਛਤਾਉਂਦਾ ਜਿਹਾ ਉੱਠ ਕੇ ਘਰ ਨੂੰ ਭੁੱਚੋ ਮੰਡੀ ਨੂੰ ਚਲਿਆ ਗਿਆ ਹੈ ਜੀ। ਭਗਤੇ ਸ੍ਰੀ ਪ੍ਰਭ ਰੁਖ ਨਾ ਮਿਲਾਇਓ, ਨੈ ਸਾਦਰ ਕਬ ਨਿਕਟ ਬਿਠਾਇਓ। ਉਸ ਦਿਨ ਤੋਂ ਪਾਤਸ਼ਾਹ ਜੀ ਦਾ ਇਹਦੇ ਨਾਲ ਮਨ ਜਾ ਨਹੀਂ ਮਿਲਿਆਗਾ, ਕੋਈ ਸਤਕਾਰ ਜਾਂ ਖਤਮ ਹੋ ਗਿਆ, ਕਿਉਂਕਿ ਇਹਨੇ ਗੁਰੂ ਸਾਹਿਬ ਦਾ ਬਚਨ ਨਹੀਂ ਮੰਨਿਆ ਜੀ। ਭਗਤੂ ਕਾਮ ਸੰਦ ਤਰ ਨਾਮੋ, ਨਾਹਨ ਗਮ ਨੇ ਸਕੇ ਤਾਮੋ। ਤੇ ਸਤਿਗੁਰੂ ਪਾਤਸ਼ਾਹ ਇਹਨੂੰ ਭਗਤੂ ਕਾ ਮਸੰਦ ਹੀ ਕਹਿਣ ਲੱਗੇ। ਇਹਨੇ ਕਈ ਵਾਰੀ ਬੇਨਤੀ ਕੀਤੀ, ਮਾਰੇ ਘਰੇ ਚਰਨ ਪਾ ਦਿਓ। ਪਾਤਸ਼ਾਹ ਕਹਿੰਦੇ ਨਹੀਂ, ਤੇਰੇ ਘਰੇ ਨਹੀਂ ਜਾਣਾ, ਤੂੰ ਸਾਡੀ ਗੱਲ ਨਹੀਂ ਮੰਨੀ ਜੀ। ਭਗਤੂ ਸੁਤ ਗੌਰਾ ਇਕ ਪਿਓ, ਤਿਸ ਤੇ ਦਿਆਲ ਦਾਸ ਉਪਜਿਓ। ਇਹ ਭਗਤੂ ਦਾ ਪੋਤਰਾ ਸੀਗਾ, ਉਹਦੇ ਦੋ ਪੁੱਤਰ ਹੋਏ ਹਨ, ਗੌਰਾ ਤੇ ਜੀਵਨ। ਭਗਤੂ ਸੁਤ ਦੂਸਰ ਪਾ ਜੀਵਨ, ਸ਼੍ਰੀ ਹਰਿ ਰਾਏ ਨਿਕਟ ਤੈ ਜੀਵਨ। ਇਹ ਗੌਰੇ ਦਾ ਪੁੱਤਰ ਸੀ ਦਿਆਲਦਾਸ, ਦੂਜਾ ਪੁੱਤਰ ਜੀਵਨ ਸੀ, ਜਿਹੜਾ ਸਤਿਗੁਰੂ ਸੱਤਵੇਂ ਪਾਤਸ਼ਾਹ ਕੋਲੇ ਸਰੀਰ ਛੱਡ ਗਿਆ ਸੀ। ਪਰ ਪੁੱਤਰ ਕੋ ਤਬੇ ਜੀਵਾਇਓ, ਤਿਸ ਕੋ ਬੰਸ ਅਦਿਕ ਬਿਰਤਾਇਓ। ਇਹ ਜੀਵਨ ਦਾ ਇੱਕ ਪੁੱਤਰ ਹੋਇਆ। ਉਹਦੇ ਮਰਨ ਤੋਂ ਬਾਅਦ ਉਹਦੀ ਘਰਵਾਲੀ ਉਸ ਵੇਲੇ ਬੱਚਾ ਹੋਣ ਵਾਲਾ, ਜਦੋਂ ਸਰੀਰ ਛੱਡਿਆ ਤੇ ਸਰੀਰ ਛੱਡਣ ਦਾ ਕਾਰਨ ਕੀ ਬਣਿਆ, ਸੁਣੋ, ਬੜੀ ਅਨੋਖੀ ਗੱਲ ਹੈ ਇਹ ਵੀ। ਸਤਿਗੁਰੂ ਸੱਤਵੇਂ ਪਾਤਸ਼ਾਹ ਕੋਲ ਇੱਕ ਬ੍ਰਾਹਮਣ ਆ ਗਿਆ, ਉਹਦਾ ਬੱਚਾ ਮਰਿਆ ਹੋਇਆ ਸੀਗਾ, ਤੇ ਲਿਆ ਕੇ ਮੂਹਰੇ ਪਾਤਾ, ਕਹਿੰਦੇ ਪਾਤਸ਼ਾਹ ਮੇਰੇ ਪੁੱਤਰ ਨੂੰ ਬਚਾਓ। ਤੇ ਪਾਤਸ਼ਾਹ ਕਹਿੰਦੇ ਬਈ ਦੇਖ, ਜਿਹੜਾ ਮ੍ਰਿਤਕ ਹੋ ਗਿਆ ਉਹਨੂੰ ਨਹੀਂ ਬਚਾਇਆ ਜਾ ਸਕਦਾ, ਇਹ ਹੁਣ ਮਰ ਗਿਆ, ਹੁਣ ਮੈਂ ਕੀ ਕਰਾਂ। ਉਹ ਜਿੱਦ ਫੜ ਲਈ ਉਸਨੇ, ਨਹੀਂ ਜੀ ਤੁਸੀਂ ਤਾਂ ਮੁਰਦਿਆਂ ਨੂੰ ਜੀਵਨ ਦੇਣ ਵਾਲੇ ਹੋ, ਮੇਰਾ ਪੁੱਤਰ ਹੈ ਇੱਕ, ਬਚਾ ਦਿਓ। ਪਾਤਸ਼ਾਹ ਨੇ ਕਈ ਵਾਰੀ ਜਵਾਬ ਦਿੱਤਾ। ਮੁੜ ਕੇ ਕੋਲੋਂ ਸੰਗਤਾਂ ਵੀ ਕਹਿਣ ਲੱਗ ਪਈਆਂ, ਮਹਾਰਾਜ ਜੀ ਕਰ ਦਿਓ ਕਿਰਪਾ, ਕਰ ਦਿਓ ਕਿਰਪਾ। ਹੁਣ ਇਹ ਕਿਰਪਾ ਕਿਤੇ ਸੌਖੀ ਹੋ ਜਾਂਦੀ ਆ। ਜਿਸ ਵੇਲੇ ਸੰਗਤਾਂ ਨੇ ਵੀ ਨਾਲ ਉਹਦੇ ਰਲ ਕੇ ਬ੍ਰਾਹਮਣ ਦੇ ਕਈ ਵਾਰੀ ਕਹਿਤਾ, ਮਹਾਰਾਜ ਜੀ ਕੋਈ ਨਹੀਂ, ਇੱਕ ਪੁੱਤਰ ਹੈ, ਕਰ ਦਿਓ ਜਿਉਂਦਾ। ਪਾਤਸ਼ਾਹ ਜੋਸ਼ ਵਿੱਚ ਆ ਕੇ ਕਹਿੰਦੇ, ਇਹਦੇ ਥਾਂ ਤੇ ਸੋਡੇ ਚੋਂ ਕਿਹੜਾ ਮਰੂਗਾ। ਫਿਰ ਸਾਰੇ ਜਨੀਵੀਆਂ ਪਾ ਗਏ, ਕਹੋ ਸਤਿਨਾਮ। ਜਦੋਂ ਕਿਹਾ ਨਾ ਬਈ ਜੇ ਇਹਨੂੰ ਜਿਉਂਦਾ ਕਰਨਾ, ਇਹਦੇ ਥਾਂ ਤੇ ਕਿਸੇ ਨੂੰ ਮਰਨਾ ਪਵੇਗਾ। ਜੇ ਕੋਈ ਮਰਨ ਨੂੰ ਤਿਆਰ ਹੈ ਤੇ ਖੜਾ ਹੋ ਜੇ ਤੇ ਇਹ ਜਿਉਂਦਾ ਹੋ ਜਾਊਗਾ। ਫਿਰ ਕੋਈ ਖੜਾ ਨਾ ਹੋਇਆ, ਲੇਕਿਨ ਵਿੱਚ ਬੈਠਾ ਸੀ ਭਗਤੂ ਦਾ ਪੁੱਤਰ ਜੀਵਨ, ਤੇ ਜੀਵਨ ਨੇ ਗੁਰੂ ਸਾਹਿਬ ਦਾ ਬਚਨ ਸੱਤ ਕਰਨ ਵਾਸਤੇ ਉੱਥੋਂ ਉੱਠਿਆ, ਥੋੜ੍ਹੀ ਦੂਰੀ ਜੰਗਲ 'ਚ ਗਿਆ ਤੇ ਇੱਕ ਦਰਖਤ ਦੇ ਹੇਠਾਂ ਲੰਮਾ ਪੈ ਕੇ ਇਹਨੇ ਪ੍ਰਾਣ ਤਿਆਗ ਦਿੱਤੇ। ਉੱਥੋਂ ਪ੍ਰਾਣ ਤਿਆਗੇ ਜੀਵਨ ਨੇ, ਇੱਧਰ ਬ੍ਰਾਹਮਣ ਦਾ ਪੁੱਤਰ ਜਿਉਂਦਾ ਹੋ ਗਿਆ। ਕਹੋ ਸਤਿਨਾਮ। ਜਿਸ ਵੇਲੇ ਬ੍ਰਾਹਮਣ ਦਾ ਪੁੱਤਰ ਜਿਉਂਦਾ ਹੋਇਆ ਤੇ ਸੱਤਵੇਂ ਪਾਤਸ਼ਾਹ ਕਹਿੰਦੇ ਬਈ ਇਹ ਕਿਵੇਂ ਜਿਉਂਦਾ ਹੋ ਗਿਆ, ਇਹਦੇ ਥਾਂ ਤੇ ਮੇਰਾ ਕਿਹੜਾ ਸਿੱਖ ਚਲਿਆ ਗਿਆ ਹੈ, ਪਤਾ ਕਰੋ। ਕਹਿੰਦੇ ਜੀ ਇੱਥੇ ਦੀਵਾਨ 'ਚ ਤਾਂ ਕੋਈ ਨਹੀਂ ਮਰਿਆ। ਕਹਿੰਦੇ ਲੱਭੋ ਆਸੇ ਪਾਸੇ, ਕਿਸੇ ਨੇ ਸਰੀਰ ਛੱਡਿਆ ਇਹਦੀ ਥਾਂ ਤੇ, ਫਿਰ ਇਹ ਜਿਉਂਦਾ ਹੋਇਆ। ਜਦੋਂ ਆਸਾ ਪਾਸਾ ਦੇਖਣਾ ਕੀਤਾ, ਥੋੜ੍ਹੀ ਦੂਰੀ ਤੇ ਜੀਵਨ ਇੱਕ ਦਰਖਤ ਦੇ ਹੇਠਾਂ ਸਰੀਰ ਛੱਡੀ ਪਿਆ। ਕਹੋ ਸਤਿਨਾਮ। ਪਾਤਸ਼ਾਹ ਕਹਿੰਦੇ ਬ੍ਰਾਹਮਣਾ ਤੂੰ ਸਾਡਾ ਪੁੱਤਰ ਮਾਰ ਦਿੱਤਾ ਹੈ, ਆਪਦਾ ਪੁੱਤਰ ਜਿਉਂਦਾ ਕਰਨ ਪਿੱਛੇ। ਇਹ ਸਾਡਾ ਪੁੱਤਰ ਸੀਗਾ ਜੀਵਨ, ਭਗਤੂ ਦਾ ਪੁੱਤਰ। ਕਿ ਭਗਤੂ ਤਾਂ ਅਨੰਨ ਪਿਆਰਾ ਹੈ, ਭਾਈ ਭਗਤੂ ਇਹਨੂੰ ਕਹਿੰਦੇ ਆ। ਭਾਈ ਕਿਉਂ ਕਹਿੰਦੇ ਆ ਭਲਾ? ਚੌਥੇ ਪਾਤਸ਼ਾਹ ਦੇ ਘਰੇ ਇਹਨੇ ਜਨਮ ਲੈਣਾ ਸੀਗਾ, ਲੇਕਿਨ ਬਾਬੇ ਆਦਮ ਦੇ ਬੇਨਤੀ ਕਰਨ ਤੇ ਚੌਥੇ ਪਾਤਸ਼ਾਹ ਕਹਿੰਦੇ ਤੁਹਾਡੀ ਸੇਵਾ ਵਾਲੀ ਤਕੜੀ ਹੈ, ਤੁਹਾਡੇ ਭਾਗਾਂ 'ਚ ਪੁੱਤਰ ਤਾਂ ਹੈ ਨਹੀਂਗਾ, ਪਰ ਮੇਰਾ ਚੌਥਾ ਪੁੱਤਰ ਤੁਹਾਡੇ ਘਰੇ ਜਨਮ ਲਵੇਗਾ। ਹੁਣ ਕਹੋ ਸਤਿਨਾਮ। ਉਹਦਾ ਨਾਮ ਭਗਤੂ ਰੱਖਿਓ। ਤੇ ਪੰਜਵੇਂ ਪਾਤਸ਼ਾਹ ਨੇ ਫਿਰ ਨਾਲ ਭਾਈ ਲਾਤਾ ਸੀਗਾ। ਪਤਾ ਲੱਗ ਗਿਆ ਸੀ ਵੀ ਸਾਡਾ ਭਾਈ ਹੈ ਇਹ, ਜਿਹੜਾ ਪਾਤਸ਼ਾਹ ਨੇ ਇੱਧਰ ਭੇਜਿਆ। ਕਹੋ ਸਤਿਨਾਮ। ਇਹ ਸਾਡਾ ਭਾਈ ਆ, ਇਸ ਕਰਕੇ ਭਾਈ ਭਗਤੂ ਦਾ ਤਖੱਲਸ ਮਿਲਿਆ ਇਸ ਪਰਿਵਾਰ ਨੂੰ। ਸਤਿਗੁਰੂ ਪਾਤਸ਼ਾਹ ਕਹਿੰਦੇ ਪੰਡਤਾ ਤੇਰੇ ਪਿੱਛੇ ਸਾਡੇ ਪੁੱਤਰ ਨੇ ਸਰੀਰ ਤਿਆਗ ਦਿੱਤਾ ਹੈ। ਖੈਰ ਹੋਰ ਕੀ ਹੋਇਆ ਅੱਗੇ ਆਪਾਂ ਕੱਲ ਦੇ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अगनाश, हे पूरन हे सर्वमय गुणदास, हे संगी हे निरंकार हे निर्गुण सब टेक,
हे गोबिंद हे गुण निधान जाके सदा विवेक हे अपरंपर हर हरे ऐपी हो बनहार हे संत कै सदा संग बिहारा आधार हे ठाकुर हों दासरो मैं निर्गुण गुण नहीं कोय नानक दीजै नाम दान जाको ही परोए आए प्रभ शरणागति कृपा निध दयाल एक अखर हर मन बसत नानक होत निहाल एक ओंकारा सतगुरु तेह प्रसाद सच होए वाहिगुरु जी की फतेह विघ्न है विनाशन सोए वाहिगुरु जी की फतेह विघ्न है विनाशन सोए वाहिगुरु जी का खालसा वाहिगुरु जी की फतेह।